ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਆਇਆਂ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ। ਮਨਪ੍ਰੀਤ ਜੀ, ਇੱਕ ਭਿਆਨਕ ਖਿਆਲ ਰਾਤੀ ਮੈਨੂੰ ਹਲੂਣ ਕੇ ਜਗਾ ਲੈਂਦਾ। ਮੈਂ ਅੱਬੜ ਵਾਏ ਉੱਠਦਾ ਕਿ ਜੇ ਦਰਬਾਰ ਸਾਹਿਬ ਕੰਪਲੈਕਸ 'ਚ ਵਾਪਰੀ ਉਸ ਘਟਨਾ ਦੌਰਾਨ ਮੁਲਜ਼ਮ ਦੇ ਕੋਈ ਬਰੂਦੀ ਜੈਕਟ ਪਾਈ ਹੁੰਦੀ, ਫੇਰ ਸਾਡੀ ਸੁਰੱਖਿਆ ਕਿੱਥੇ ਸੀ? ਦਰਬਾਰ ਸਾਹਿਬ ਆਉਣ ਲੱਗਿਆ, ਕਿਉਂਕਿ ਉਹ ਸਾਂਝਾ ਸਥਾਨ ਹੈ, ਕਿਸੇ ਦੀ ਤਲਾਸ਼ੀ ਤਾਂ ਲਈ ਨਹੀਂ ਜਾਂਦੀ। ਫਿਰ ਦੂਜਾ ਨਾਲ ਹੀ ਖਿਆਲ ਉਮੜ ਪੈਂਦਾ ਹੈ, ਇੱਕ ਘਬਰਾਹਟ ਹੈ। ਅੱਧੀ ਰਾਤ ਦਾ ਪਹਿਰਾ ਸੀ, ਜਿਵੇਂ ਆਪਾਂ ਸਾਰੇ ਹੀ ਕਿਸ ਵੇਲੇ ਜਾਗ ਚੋਂ ਉੱਠ ਜਾਂਦੇ ਆ। ਮੈਨੂੰ ਇਹ ਵੀ ਲੱਗਿਆ ਕਿ ਕੀ ਅਸੀਂ ਰਾਸ਼ਟਰਪਤੀ ਰਾਜ ਦੀਆਂ ਬਰੂਹਾਂ ਤੇ ਤਾਂ ਨਹੀਂ ਖੜੇ? ਕੱਲ ਦਿਨ ਭਰ ਵਾਪਰੀਆਂ ਘਟਨਾਵਾਂ ਦੇ ਦੌਰਾਨ ਕੋਈ ਐਸੀ ਤਾਕਤ ਜਿਹੜੀ ਬੋਲਣ ਲਈ ਕਹਿ ਰਹੀ ਸੀ, ਕਿਉਂਕਿ ਮੇਰੀ ਤਾਂ ਕੋਈ ਔਕਾਤ ਨਹੀਂ, ਅਸੀਂ ਜਦੋਂ ਵੀ ਬੋਲਦੇ ਹਾਂ ਤਾਂ ਬਹੁਤ ਬੌਣੇਪਣ 'ਚ ਹੁੰਦੇ ਆ, ਲੇਕਿਨ ਇਸ ਖਿੱਤੇ ਦਾ ਕੋਈ ਖਿਆਲ ਅੱਗੇ ਵੱਧਦਾ ਪਿਆ ਸੀਗਾ ਕਿ ਮੇਰੇ ਵਾਰਸੋ, ਪੰਜਾਬੀਓ, ਥੋੜਾ ਸੰਭਲੋ। ਅਸੀਂ ਰਾਸ਼ਟਰਪਤੀ ਰਾਜ ਦੀਆਂ ਬਰੂਹਾਂ ਵੱਲ ਵੱਧ ਰਹੇ ਹਾਂ। ਅਸੀਂ ਇੱਕ ਜਾਲ 'ਚ ਤਾਂ ਨਹੀਂ ਫਸ ਰਹੇ, ਔਰ ਉਹ ਜਾਲ ਸਾਨੂੰ ਕਿੱਥੋਂ ਤੱਕ ਲੈ ਕੇ ਜਾਊਗਾ, ਅਤੀਤ 'ਚ ਅਸੀਂ ਵੇਖਦੇ ਰਹੇ ਹਾਂ। ਤੀਜਾ ਖਿਆਲ ਬੜਾ ਅਹਿਮ ਸੀਗਾ ਕਿ ਮੁੱਖ ਮੰਤਰੀ ਪੰਜਾਬ ਇਸ ਸੰਵੇਦਨਸ਼ੀਲ ਮੁੱਦੇ ਤੇ ਤੁਰੰਤ ਸਰਬ ਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਉਂਦੇ? ਕਿਉਂ ਨਹੀਂ ਅਸੀਂ ਸਾਰਿਆਂ ਨੂੰ ਰਾਜਨੀਤੀ ਤੇ, ਅਸੀਂ ਸਾਰਿਆਂ ਨੂੰ ਬੇਅਦਬੀ ਤੇ ਸਿਆਸਤ ਕਰਨ ਤੋਂ ਵਰਜਦੇ ਕਿਉਂ ਨਹੀਂ? ਅਸੀਂ ਤੁਰੰਤ ਇਹਦੇ ਉੱਤੇ ਆਪਾ ਡਿਸਪਲਿਨ ਕਿਉਂ ਨਹੀਂ, ਸਵੈ ਅਨੁਸ਼ਾਸਨ ਕਿਉਂ ਨਹੀਂ ਓੜਦੇ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਨੂੰ ਐਡਰੈਸ ਕੀਤਾ ਜਾਣਾ ਚਾਹੀਦਾ। ਜੇ ਉਹ ਮੁਲਜ਼ਮ 10 ਘੰਟੇ ਤੱਕ ਦਰਬਾਰ ਸਾਹਿਬ ਦੇ ਅੰਦਰ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਸੈਂਕੜੇ ਸੀਸੀਟੀਵੀ ਕੈਮਰੇ ਤੇ ਉਹਨਾਂ ਦੀ ਨਿਗਰਾਨੀ ਕਰਨ ਵਾਲੇ ਤੇ ਸਾਡੇ ਸੇਵਾਦਾਰ ਉਹਦੀਆਂ ਮਸ਼ਕੂਕ ਕਾਰਵਾਈਆਂ ਤੋਂ ਸੁਚੇਤ ਕਿਉਂ ਨਾ ਹੋਏ? ਕੀ ਹਜ਼ਾਰਾਂ ਕਰੋੜ ਦੇ ਲੰਗਰ ਲਾਉਣ ਵਾਲੇ ਸਿੱਖ ਬਾਡੀ ਸਕੈਨਰ ਨਹੀਂ ਲਾ ਸਕਦੇ, ਜਿਹਦੇ ਵਿੱਚ ਅਸੀਂ ਕਿਸੇ ਨੂੰ ਰੋਕੇ ਟੋਕੇ ਬਿਨਾਂ ਚੈੱਕ ਤਾਂ ਕਰ ਸਕੀਏ? ਦਰਬਾਰ ਸਾਹਿਬ ਸਮੂਹ 'ਚ ਜਿੱਧਰੋਂ ਵੀ ਦਾਖਲ ਹੋਣਾ ਹੈ, ਬਾਡੀ ਸਕੈਨਰ ਜੇ 100 ਕਰੋੜ ਲੱਗਦਾ ਹੈ ਤਾਂ ਹਰ ਸਿੱਖ ਇਹਦੇ 'ਚ ਆਪਣਾ ਹਿੱਸਾ ਪਾਵੇ, ਕਿੰਨਾ ਕੁ ਔਖਾ ਹੈ? ਸੋ ਮੈਂ ਹੁਣ ਉਹਨਾਂ ਖਬਰਾਂ ਵੱਲ ਆਵਾਂ ਜਿਹੜੀਆਂ ਅੱਜ ਅਸੀਂ ਲੈਣੀਆਂ ਨੇ। ਖਬਰਾਂ ਦੇ ਵਿੱਚ ਇਹ ਵੀ ਖਬਰ ਹੈ ਕਿ ਗ੍ਰਹਿ ਮੰਤਰੀ ਕਹਿੰਦੇ ਨੇ ਕਿ ਏਜੰਸੀਆਂ ਦਾ ਹੱਥ ਆ, ਉਹਨਾਂ ਕੋਲ ਕਿਹੜੀ ਇਨਪੁਟਸ ਹੈ ਜਿਹਦੇ ਆਧਾਰ ਤੇ ਉਹ ਕਹਿ ਰਹੇ ਆ। ਅਖਬਾਰ ਦੀ ਖਬਰ ਦੇ ਆਧਾਰ ਤੇ ਮੈਂ ਗੱਲ ਕਰ ਰਿਹਾ। ਇਸੇ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਜੇਕਰ ਤੁਸੀਂ ਟਿਕਟਾਂ ਦੀ ਵੰਡ ਨੂੰ ਕਹੋਗੇ ਤੇ ਕਹਿੰਦੇ ਹੈਵੀਵੇਟਸ ਦੇ ਖਿਲਾਫ ਖਿਲਾਰਨੇ ਨੇ। ਜੇਕਰ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੋ ਤੇ ਉਹ ਵੀ ਬੇਅਦਬੀ ਮਾਮਲਿਆਂ 'ਚ ਕਹਿੰਦੇ ਕਿ ਬਹੁਤ ਵੱਡੀ ਕਨਸਪੀਰੇਸੀ। ਤੇ ਜੇਕਰ ਤੁਸੀਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੋਗੇ ਕੱਲ ਲਈ, ਤੇ ਉਹ ਇਹ ਕਹਿ ਰਹੇ ਆ ਕਿ ਪਹਿਲੇ 2 ਮੁੱਖ ਮੰਤਰੀਆਂ ਨੇ ਮੇਰੇ ਖਿਲਾਫ ਸਾਜ਼ਿਸ਼ ਕੀਤੀ, ਹੁਣ ਤੀਜਾ ਕਰ ਰਿਹਾ। ਤੇ ਜੇਕਰ ਤੁਸੀਂ ਰਾਣਾ ਗੁਰਜੀਤ ਨੂੰ ਦੁਆਬੇ 'ਚੋਂ ਵੇਖੋਗੇ, ਉਹ ਕਹਿੰਦੇ ਸਿੱਧੂ ਤੇ ਬਾਹਰੋਂ ਆਇਆ, ਕੀ ਪਤਾ ਕਦੋਂ ਚਲੇ ਜਾਣਾ। ਇਹ ਮੈਨੂੰ ਕੌਣ ਹੁੰਦਾ ਕੁਝ ਕਹਿਣ ਵਾਲਾ? ਇੱਕ CBI ਐਸਾ ਅਦਾਰਾ ਜਿਹਦੇ ਤੇ ਸਵਾਲ ਵੀ ਉੱਠਦੇ ਰਹੇ ਆ, ਤੇ ਇਹ ਇੱਕ ਵੱਡੀ ਸੰਸਥਾ ਹੈ ਦੇਸ਼ ਦੀ। ਇਸ ਸੰਸਥਾ ਨੂੰ ਬਹੁਤ ਸਾਰੇ ਰਾਜਾਂ ਨੇ ਬੰਦ ਕਰਤਾ ਆਪਣੇ ਅੰਦਰ ਦਾਖਲ ਹੋਣ ਤੋਂ। ਬਹੁਤ ਸਾਰੇ ਰਾਜਾਂ ਨੇ ਕੈਬਨਿਟ 'ਚ ਮਤੇ ਲੈਂਦੇ ਕਿ CBI ਸਾਡੇ ਦਖਲ ਨਾ ਦੇਵੇ। ਹੁਣ ਉਹਦੇ ਉੱਤੇ ਕੇਂਦਰ ਦੇ ਵਿੱਚ ਇੱਕ ਗੱਲ ਅੱਗੇ ਵਧੀ, ਇੱਕ ਸੰਸਦੀ ਕਮੇਟੀ ਕੁਝ ਕਹਿ ਰਹੀ ਆ, ਉਹ ਤੁਸੀਂ ਉੱਤੇ ਗੱਲ ਕਰੋਗੇ, ਜ਼ਰੂਰ ਦੱਸਿਓ ਮੈਨੂੰ। ਮੈਂ ਮੁੜ ਕੇ ਆਵਾਂ ਕਿ ਜਿਹੜੀ ਘਟਨਾ ਵਾਪਰੀ ਆ, ਜਿਸ ਤਰੀਕੇ ਨਾਲ ਅਸੀਂ ਕਾਲੇ ਪੈ ਗਏ ਆ, ਇਸ ਕਾਲ ਦੇ ਵਿੱਚ ਕੋਈ ਜਾਲ ਵੀ ਆ, ਤੇ ਜੇ ਜਾਲ 'ਚ ਆਪਾਂ ਫਸ ਰਹੇ ਹਾਂ ਤੇ ਉਹ ਜਾਲ ਸਾਨੂੰ ਕਿਸ ਦਿਸ਼ਾ 'ਚ ਵਧਾਉਣ ਲਈ ਲਾਇਆ ਗਿਆ, ਸਾਨੂੰ ਸਤਰਕ ਹੋਣ ਦੀ ਲੋੜ ਆ। ਕਪੂਰਥਲੇ 'ਚ ਵਾਪਰੀ ਘਟਨਾ, ਇਹ ਮੈਨੂੰ ਲੱਗਦਾ ਆਪ ਹੁਦਰਾਪਣਾ। ਹੁਣ ਨਹੀਂ ਬੋਲੇ, ਕਦੋਂ ਬੋਲਾਂਗੇ? ਇਹ ਆਪ ਹੁਦਰਾਪਣਾ ਹੈ, ਇਹ ਭੜਕੇ ਜਜ਼ਬਾਤ ਨੇ। ਇਹਨਾਂ ਜਜ਼ਬਾਤਾਂ ਨੂੰ ਚੈਨਲਾਈਜ਼ ਕਰਨ ਲਈ ਸਾਨੂੰ ਗੁਰਬਾਣੀ ਕਈ ਉਦਾਹਰਨਾਂ ਦਿੰਦੀ ਹੈ। ਫਿਰ ਅਸੀਂ ਗੁਰਬਾਣੀ ਤੋਂ ਵੀ ਪਾਸੇ ਜਾਵਾਂਗੇ, ਕਿਸ ਦਿਸ਼ਾ 'ਚ ਜਾਵਾਂਗੇ? ਅਸੀਂ ਆਪਣੇ ਹੱਥ ਵਿੱਚ ਕਿਸੇ ਨੂੰ ਕਤਲ ਕਰਨ ਦੀ ਜ਼ਿੰਮੇਵਾਰੀ ਕਿੱਦਾਂ ਲੈ ਸਕਦੇ ਹਾਂ, ਜਿੰਨਾ ਚਿਰ ਉਸ ਦੋਸ਼ੀ ਬਾਰੇ ਕਲੀਅਰ ਨਾ ਹੋਵੇ ਕਿ ਉਹਦੀ ਮਨਸ਼ਾ ਇਹ ਸੀ। ਕਿ ਪੁਲਿਸ ਦਾ ਇਹ ਕਹਿਣਾ ਕਿ ਉਹ ਚੋਰੀ ਲਈ ਆਇਆ ਸੀ ਸਾਨੂੰ ਕੱਲ ਨੂੰ ਕਟਹਿਰੇ 'ਚ ਨਹੀਂ ਖੜਾ ਕਰੂਗੀ। ਤੇ ਮੈਂ ਇਹ ਵੀ ਸਵਾਲ ਉਠਾਉਣਾ ਹੈ ਕਿ 200-400 ਪੁਲਿਸ ਵਾਲਿਆਂ ਦੀ ਹਾਜ਼ਰੀ 'ਚ ਜੇ 10 ਨੌਜਵਾਨ ਜਜ਼ਬਾਤ ਭੜਕੇ ਹੋਏ ਵਾਲੇ ਅਸੀਂ ਹੱਥ ਜੋੜ ਕੇ ਪਿਆਰ ਨਾਲ ਜਾਂ ਉਹਨਾਂ ਨੂੰ ਗਲਵਕੜੀ 'ਚ ਲੈ ਕੇ ਰੋਕ ਨਹੀਂ ਸਕਦੇ, ਫਿਰ ਐਸੀ ਪੁਲਿਸ ਤੇ ਫਿਰ ਸਰਕਾਰਾਂ ਦੀ ਇਸ ਮੌਕੇ ਦੇ ਉੱਤੇ ਡਰ ਦੀ ਭਾਵਨਾ 2015 ਤੋਂ 17 ਤੱਕ ਦੀਆਂ ਘਟਨਾਵਾਂ, ਸੁਖਬੀਰ ਬਾਦਲ ਦੀ ਸਰਕਾਰ ਦਾ ਚਲੇ ਜਾਣਾ, ਕੈਪਟਨ ਦੀ ਸਰਕਾਰ ਦਾ ਚਲੇ ਜਾਣਾ, ਚੰਨੀ ਸਰਕਾਰ ਦੇ ਅੰਦਰ ਡਰ ਤਾਂ ਹੋਣਗੇ। ਕੀ ਕਹਿੰਦੇ ਹੋ ਜੀ? ਰੰਧਾਵਾ ਜੀ, ਬਹੁਤ ਅਹਿਮ ਸਵਾਲ ਆ, ਔਰ ਮੈਨੂੰ ਲੱਗਦਾ ਇਸ ਵੇਲੇ ਇਹਨਾਂ ਸਮਿਆਂ ਦੇ ਵਿੱਚ ਹਰ ਪੰਜਾਬੀ ਦਾ, ਹਰ ਵਿਅਕਤੀ ਦਾ, ਪੰਜਾਬ ਦੇ ਨਾਲ ਜੁੜੇ ਹੋਏ ਵਿਅਕਤੀ ਦਾ ਇਹ ਫਰਜ਼ ਬਣਦਾ
ਕਿ ਇਹ ਜਿਹੜੀ ਕੋਈ ਵੀ ਸਾਜ਼ਿਸ਼ ਆ ਕਿਸੇ ਵੱਲੋਂ ਵੀ ਰਚੀ ਜਾ ਰਹੀ ਆ, ਉਸ ਨੂੰ ਘੱਟੋ ਘੱਟ ਉਹ ਦੇਖੇ, ਪਛਾਣੇ ਤੇ ਆਪਣੇ ਆਪ ਨੂੰ ਉਸ ਨਾਲ ਆਪਣੀ ਬੁੱਧੀਮਤੀ ਦੇ ਨਾਲ ਉਸ ਨੂੰ ਨਜਿੱਠਣ ਦੀ ਕੋਸ਼ਿਸ਼ ਕਰੇ। ਤੁਸੀਂ ਇੱਕ ਚੀਜ਼ ਦੇਖੋ, ਪਿਛਲੇ ਦਿਨਾਂ ਦੇ ਦੌਰਾਨ ਪੂਰੇ ਭਾਰਤ ਦੇ ਵਿੱਚ ਜਦੋਂ ਲਿੰਚਿੰਗ ਦੀਆਂ ਘਟਨਾਵਾਂ ਜਾਂ ਕੁੱਟ-ਕੁੱਟ ਕੇ ਕਿਸੇ ਨੂੰ ਮਾਰ ਦਿੱਤਾ ਜਾਂਦਾ ਸੀ, ਤਾਂ ਜਿਹੜੀਆਂ ਕੱਟੜਵਾਦੀ ਉਹ ਸੰਸਥਾਵਾਂ ਨੇ, ਸੰਗਠਨ ਨੇ, ਉਹ ਬਹੁਤ ਹਾਵੀ ਹੋ ਰਹੀਆਂ ਸੀ। ਉਸ ਦਾ ਅਸੀਂ ਸਾਰੇ ਵਿਰੋਧ ਕਰਦੇ ਸੀ, ਲੇਕਿਨ ਪੰਜਾਬ ਉਹਨਾਂ ਗੱਲਾਂ ਕਰਕੇ ਜਾਣਿਆ ਜਾਂਦਾ ਸੀ ਜਿੱਥੇ ਇਸ ਤਰ੍ਹਾਂ ਦੀ ਕਦੇ ਕੋਈ ਘਟਨਾਵਾਂ ਨਹੀਂ ਸੀ ਹੁੰਦੀਆਂ। ਕਹਿੰਦੇ ਸੀ ਪੰਜਾਬ ਦਾ ਮਾਹੌਲ ਬਹੁਤ ਵਧੀਆ। ਫਿਰ ਕਿਸਾਨੀ ਸੰਘਰਸ਼ ਸ਼ੁਰੂ ਹੁੰਦਾ। ਕਿਸਾਨੀ ਸੰਘਰਸ਼ ਵੇਲੇ ਵੀ ਬਹੁਤ ਸਾਰੀਆਂ ਸੰਸਥਾਵਾਂ ਇਸ ਗੱਲ ਨੂੰ ਲੈ ਕੇ ਉਹ ਬਹੁਤ ਅੱਗੇ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਉਹ ਜਾਮਾ ਪਹਿਨਾਇਆ ਜਾਵੇ ਜਾਂ ਇਸ ਤਰ੍ਹਾਂ ਦਾ ਰੰਗ ਰੂਪ ਦਿੱਤਾ ਜਾਵੇ ਕਿ ਇਹਦੇ ਵਿੱਚ ਕੱਟੜਵਾਦ ਲੈ ਕੇ ਆਂਦਾ ਜਾਵੇ, ਲੇਕਿਨ ਉਸ ਵਿੱਚ ਵੀ ਉਹਨਾਂ ਤਾਕਤਾਂ ਨੂੰ ਨੇੜੇ ਨਹੀਂ ਲੱਗਣ ਦਿੱਤਾ। ਅੱਜ ਕਿਸਾਨੀ ਸੰਘਰਸ਼ ਜਿੱਤ ਕੇ ਵਾਪਸ ਮੁੜਿਆ। ਜੀ ਮੈਂ ਵਾਪਸ ਇਹਨਾਂ ਗੱਲਾਂ ਤੇ ਆਉਣਾ, ਤੁਸੀਂ ਇਹ ਗੱਲ ਦੇਖੋ ਕਿ ਪੰਜਾਬ ਦਾ ਮਾਹੌਲ, ਜਿਹੜੇ ਲੋਕ ਸੀ ਇੱਥੋਂ ਦੇ, ਉਹ ਬਹੁਤ ਦੇਰ ਤੱਕ ਸਮਝ ਚੁੱਕੇ ਸੀ ਕਿ ਜੇ ਕਦੇ ਵੀ ਇੱਥੇ ਇਸ ਤਰ੍ਹਾਂ ਦੀ ਕੋਈ ਕੋਸ਼ਿਸ਼ ਕੀਤੀ ਗਈ, ਜੇ ਚੰਗਾਰੀ ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਚੰਗਾਰੀ ਭੜਕਾਈ, ਤਾਂ ਉਸ ਦੇ ਜਿਹੜੇ ਨਤੀਜੇ ਆ ਉਹ ਬਹੁਤ ਭਿਆਨਕ ਹੋਣਗੇ। ਇਹ ਆਪਾਂ ਸਾਰੇ ਭੁਗਤ ਚੁੱਕੇ ਆ। ਸਾਡੇ ਵੱਡ ਵਡੇਰੇ ਜਾਂ ਸਾਡੇ ਚੋਂ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਸਮਿਆਂ ਚੋਂ ਲੰਘ ਚੁੱਕੇ ਆ, ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਦੇਖੀਆਂ ਨੇ। ਹੁਣ ਉਸ ਤਰ੍ਹਾਂ ਦੀ ਇੱਕ ਕੋਸ਼ਿਸ਼, ਕਿਉਂਕਿ ਪੰਜਾਬ ਦੇ ਅੰਦਰ ਜਿਹੜਾ ਭਾਈਚਾਰਾ, ਜਿਹੜੀ ਸਦਭਾਵਨਾ ਆਪਸ ਦੇ ਵਿੱਚ ਆ, ਉਹ ਲਗਾਤਾਰ ਬਣੀ ਹੋਈ ਆ। ਕਿਸੇ ਤਰ੍ਹਾਂ ਦਾ ਤੁਸੀਂ ਦੇਖੋ, ਸਨ 2015 ਦੇ ਵਿੱਚ ਲਗਾਤਾਰ ਕਿੰਨੀਆਂ ਘਟਨਾਵਾਂ ਹੁੰਦੀਆਂ ਨੇ, ਲੇਕਿਨ ਉਸ ਦੇ ਬਾਵਜੂਦ ਵੀ, ਔਰ ਮੈਂ ਤੁਸੀਂ ਦੇਖੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਨਹੀਂ, ਬਾਕੀ ਜਿਹੜੀਆਂ ਘਟਨਾਵਾਂ, ਚਾਹੇ ਭਗਵਤ ਗੀਤਾ ਦੀਆਂ, ਚਾਹੇ ਕੁਰਾਨ ਸ਼ਰੀਫ ਦੀਆਂ, ਈਵਨ ਕਿ ਬਾਈਬਲ ਤੱਕ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ, ਲੇਕਿਨ ਉਸ ਦੇ ਬਾਵਜੂਦ ਰੰਧਾਵਾ ਜੀ ਸਾਡਾ ਆਪਸੀ ਭਾਈਚਾਰਾ ਬਣਿਆ ਰਹਿੰਦਾ। ਲੇਕਿਨ ਮੈਨੂੰ ਲੱਗਦਾ ਕਿਤੇ ਉਹ ਤਾਕਤਾਂ ਜਿਹੜੀਆਂ ਉਹ ਬਰਦਾਸ਼ਤ ਨਹੀਂ ਕਰ ਪਾ ਰਹੀਆਂ। ਹੁਣ ਤੁਸੀਂ ਦੇਖੋ ਬਨੂੜ ਸਾਹਿਬ, ਬਨੂੜ ਦੇ ਵਿੱਚ 10 ਥਾਵਾਂ ਤੇ ਅੱਜ ਹੀ ਅਖਬਾਰਾਂ ਦੀ ਖਬਰ ਆ ਕਿ ਉੱਥੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖੇ ਗਏ ਆ, ਕੰਧਾਂ ਤੇ ਲਿਖੇ ਗਏ ਆ। ਮੈਨੂੰ ਨਹੀਂ ਪਤਾ ਕਿ ਇਹਨਾਂ ਪਿੱਛੇ ਕੌਣ ਆ, ਲੇਕਿਨ ਸਡਨਲੀ 2 ਘਟਨਾਵਾਂ ਵਾਪਰਦੀਆਂ ਨੇ, ਬਲਕਿ 3 ਘਟਨਾਵਾਂ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ। ਇੱਕ ਤਾਂ ਦਰਬਾਰ ਸਾਹਿਬ ਦੇ ਵਿੱਚ ਹੀ 2 ਘਟਨਾਵਾਂ ਵਾਪਰੀਆਂ, ਤੇ ਫਿਰ ਇੱਕ ਕਪੂਰਥਲੇ ਦੇ ਵਿੱਚ ਨਿਜ਼ਾਮਪੁਰ ਜਿਹੜਾ ਗੁਰਦੁਆਰਾ ਸਾਹਿਬ ਆ, ਉੱਥੇ ਘਟਨਾ ਵਾਪਰੀ ਆ। ਹਾਲਾਂਕਿ ਪੁਲਿਸ ਦਾ ਕਹਿਣਾ ਕਿ ਉਹ ਚੋਰ ਸੀ। ਖੈਰ, ਇਹ ਤਾਂ ਤਹਿਕੀਕਾਤ ਨਜ਼ਰ ਆਊਗੀ। ਲੇਕਿਨ ਨਾਲ ਦੀ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਦੀ, ਜਿੱਥੇ ਉਹਨਾਂ ਨੇ ਇਹ ਕਿਹਾ, ਮੈਂ ਅਖਬਾਰਾਂ ਦੇ ਹਵਾਲੇ ਨਾਲ ਹੀ ਤੁਹਾਨੂੰ ਦੱਸ ਰਿਹਾ, ਉਹ ਕਹਿੰਦੇ ਅਸੀਂ ਦੇਖਾਂਗੇ ਕਿ ਸੈਂਟਰਲ ਏਜੰਸੀਆਂ ਦਾ ਵੀ ਇਹਦੇ ਚ ਰੋਲ ਆ। ਮੈਨੂੰ ਨਹੀਂ ਪਤਾ ਉਹਨਾਂ ਕੋਲੇ ਕਿੱਥੋਂ ਇਹ ਇਨਫੋਰਮੇਸ਼ਨ ਆਈ ਹੈ, ਕਿਸ ਆਧਾਰ ਤੇ ਉਹ ਇਨਫੋਰਮੇਸ਼ਨ ਦੀ ਇਸ ਗੱਲ ਕਰ ਰਹੇ ਆ। ਲੇਕਿਨ ਜੇ ਇੱਕ ਗ੍ਰਹਿ ਮੰਤਰੀ ਪੰਜਾਬ ਦਾ, ਹੋਮ ਮਿਨਿਸਟਰ, ਇੰਨੀ ਜ਼ਿੰਮੇਵਾਰੀ ਦੇ ਨਾਲ ਇਹ ਸਟੇਟਮੈਂਟ ਦਿੰਦਾ, ਤੇ ਉਹਦਾ ਕੋਈ ਮਤਲਬ ਆ, ਉਹਨੂੰ ਵੇਖਿਆ ਜਾਣਾ ਚਾਹੀਦਾ। ਇਹ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਉਹਨਾਂ ਨੇ ਕਿਹਾ ਕਿ ਅਸੀਂ 2 ਦਿਨਾਂ ਦੇ ਅੰਦਰ ਰਿਪੋਰਟ ਦੇ ਦਾਂਗੇ, ਔਰ ਮੈਂ ਚਾਹੁੰਦਾ ਕਿ ਉਹਨਾਂ ਦੀ ਇਹ ਰਿਪੋਰਟ ਜਿਹੜੀ ਵੀ ਉਹ ਕਹਿੰਦੇ ਆ, ਉਹ 2 ਦਿਨਾਂ ਦੇ ਵਿੱਚ ਆ ਜਾਵੇ। ਇਹ ਨਾ ਹੋਵੇ ਪੁਰਾਣੀਆਂ ਰਿਪੋਰਟਾਂ ਵਾਂਗੂ ਜਿਹੜੀ ਕਹਿੰਦੇ ਸੀ ਹਫ਼ਤੇ ਚ ਆਉਣੀ ਆ ਤੇ 2-2 ਹਫ਼ਤੇ ਤੋਂ ਵੱਧ ਸਮਾਂ, ਕਿਉਂਕਿ ਸਮਾਂ ਇਸ ਟਾਈਮ ਪੰਜਾਬ ਬਹੁਤ ਨਾਜ਼ੁਕ ਸਮੇਂ ਚੋਂ ਲੰਘ ਰਿਹਾ ਜੀ। ਮਨਪ੍ਰੀਤ ਜੀ, ਇੱਕ ਗੱਲ ਇਹਦੇ ਚ ਦੇਖਣ ਵਾਲੀ ਆ ਕਿ ਕਪੂਰਥਲਾ ਦੀ ਘਟਨਾ ਤੋਂ ਬਾਅਦ ਜਦੋਂ ਐਸਐਸਪੀ ਪ੍ਰੈਸ ਕਾਨਫਰੰਸ ਕਰਦੇ ਸੀ, ਬਾਅਦ ਵਿੱਚ ਸ਼ਾਇਦ ਉਹਨਾਂ ਦੇ ਨਾਲ ਆਈਜੀ ਵੀ ਜੁਆਇਨ ਕਰ ਗਏ ਪ੍ਰੈਸ ਕਾਨਫਰੰਸ ਦੌਰਾਨ, ਔਰ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਕੁਝ ਲੋਕਾਂ ਖਿਲਾਫ ਪਰਚਾ ਦਰਜ ਕਰ ਲਿਆ। ਫਿਰ ਉਹਨਾਂ ਨੇ 100 ਅਣਪਛਾਤੇ ਵੀ ਦੱਸੇ, 3-4 ਉਹਨਾਂ ਟਰੇਸ ਸ਼ਾਇਦ ਕੀਤੇ, ਜਿਹੜੇ ਉਹਨਾਂ ਦੀ ਵੀ ਗੱਲ ਹੋਈ। ਇਸ ਤਰ੍ਹਾਂ ਦੀ ਅਖਬਾਰਾਂ 'ਚ ਵੀ ਨਸ਼ਰ ਹੋਈ ਕਿ ਪਹਿਲਾਂ ਇੱਕ FIR ਦਾ ਜ਼ਿਕਰ ਹੋਇਆ, ਫਿਰ ਕੋਈ ਫੋਨ ਆਉਂਦਾ ਅਚਨਚੇਤ ਤੋਂ ਕਹਿੰਦੇ ਨਹੀਂ, ਅਜੇ ਤਾਂ 295 ਵਾਲੀ ਜਿਹੜੀ ਮਸ਼ਕੂਕ ਦੇ ਖਿਲਾਫ ਹੀ ਉਹਨਾਂ ਨੇ ਦੱਸਤਾ। ਹੁਣ ਦੇਖਣ ਵਾਲੀ ਗੱਲ ਆ ਕਿ ਜੇਕਰ ਸੈਂਕੜੇ ਪੁਲਿਸ ਵਾਲਿਆਂ ਦੇ ਰਹਿੰਦਿਆਂ ਉੱਥੇ ਇਹ ਘਟਨਾ ਵਾਪਰਦੀ ਆ, ਮੈਂ ਉਸ ਐਂਗਲ ਤੋਂ ਗੱਲ ਕਰ ਰਿਹਾ, ਤੁਸੀਂ ਇਹਨੂੰ ਅੱਗੇ ਜ਼ਰੂਰ ਵਧਾਇਓ, ਕਿ ਜੇਕਰ ਸੈਂਕੜੇ ਪੁਲਿਸ ਵਾਲਿਆਂ ਦੀ ਹਾਜ਼ਰੀ ਦੇ ਵਿੱਚ ਲਾ ਐਂਡ ਆਰਡਰ ਦਾ ਮਸਲਾ ਇਹਨੂੰ ਮੰਨਿਆ ਜਾਂਦਾ ਕੇਂਦਰ ਔਰ ਸਟੇਟ ਦੇ ਸਬਜੈਕਟ ਵਜੋਂ, ਜੇਕਰ ਪੁਲਿਸ ਦੀ ਹਾਜ਼ਰੀ 'ਚ ਇੰਜ ਵਾਪਰ ਜਾਂਦਾ ਤਾਂ ਕੇਂਦਰ ਕੋਲੇ ਜਾਂ ਦੇਸ਼ ਦੇ ਸਿਖਰਲੇ ਤੰਤਰ ਕੋਲੇ ਇਹ ਬਹਾਨਾ ਹੁੰਦਾ ਕਿ ਸਟੇਟ ਦੇ ਵਿੱਚ ਸਰਕਾਰੀ ਮਸ਼ੀਨਰੀ ਅਸਫਲ ਹੋ ਗਈ ਹੈ, ਸਰਕਾਰ ਅਸਫਲ ਹੋ ਗਈ ਹੈ। ਇਹ ਤਰਕ ਬੜਾ ਵੱਡਾ ਹੈ, ਅਤੀਤ ਵਿੱਚ ਇਹ ਬੜੀ ਵਾਰੀ ਵਰਤਿਆ ਗਿਆ। ਜੇ ਇੰਜ ਹੀ ਅਸੀਂ 1-2 ਘਟਨਾਵਾਂ 'ਚ ਅੱਗੇ ਵੱਧ ਗਏ ਤਾਂ ਮੇਰਾ ਡਰ ਆ, ਔਰ ਮੈਂ ਇਹ ਸਮਝਦਾ ਹੈ ਕਿ ਇਹਦੇ ਤੇ ਇਲੈਕਸ਼ਨ ਦੇ ਦਿਨਾਂ 'ਚ ਬਹੁਤ ਆਸਾਨ ਹੋਊਗਾ ਕੇਂਦਰ ਨੂੰ ਫੈਸਲਾ ਲੈਣਾ, ਔਰ ਅੱਗੇ ਚੋਣਾਂ ਨੂੰ ਨਿਰਪੱਖ ਕਰਾਉਣ ਦੇ ਲਿਹਾਜ਼ ਨਾਲ ਵੀ ਕਈ ਬਹਾਨੇ ਹੋਣਗੇ। ਅਸੀਂ ਆਪਣਾ ਆਪ ਕੇਂਦਰ ਦੇ ਹਵਾਲੇ ਕਰ ਰਹੇ ਹਾਂ, ਰਾਸ਼ਟਰਪਤੀ ਰਾਜ ਵੱਲ ਵੱਧ ਰਹੇ ਹਾਂ, ਕੇਂਦਰੀ ਸੁਰੱਖਿਆ ਏਜੰਸੀਆਂ, ਸੁਰੱਖਿਆ ਨੀਮ ਫੌਜੀ ਜਿਹੜੇ ਦਸਤੇ ਹੁੰਦੇ ਆ, ਅਸੀਂ ਉਹਨਾਂ ਦੇ ਹਵਾਲੇ ਹੋਣ ਜਾ ਰਹੇ ਹਾਂ।
ਸੰਭਲਣਾ ਪੈਣਾ। ਸਾਡੇ ਜਜ਼ਬਾਤੀ ਉਤਸ਼ਾਹੀ ਨੌਜਵਾਨ ਜਿਹੜੇ ਆ ਉਹਨਾਂ ਦੀ ਬਾਹ ਫੜਨੀ ਪੈਣੀ ਆ। ਜਿਹੜੇ ਸਿਰਫ ਨਾਅਰਿਆਂ ਤੇ ਚੱਲਦੇ ਆ, ਜਿਨ੍ਹਾਂ ਨੂੰ ਅਜੇ ਉਹ ਪੁਰਾਣੇ ਇਤਿਹਾਸ ਦਾ ਪਤਾ ਨਹੀਂ, 30 ਸਾਲ 25 ਸਾਲ ਪਿੱਛੇ ਰਹਿ ਗਏ ਆ ਔਰ ਬਾਅਦ ਦੇ ਵਿੱਚ ਰਾਵਾਂ 'ਚ ਧੂੜ ਉੱਡਦੀ ਦਿਸਦੀ ਹੁੰਦੀ ਆ। ਕੀ ਕਹਿੰਦੇ? ਤੁਸੀਂ ਬਹੁਤ ਹੀ ਇੱਕ ਅਹਿਮ ਮਸਲਾ ਚੱਕਿਆ ਰੰਧਾਵਾ ਜੀ। ਤੁਸੀਂ ਦੇਖੋ, ਮੈਨੂੰ ਯਾਦ ਆ ਤੁਸੀਂ ਜਿਹੜੀ ਭੀੜ ਤੰਤਰ ਦੀ ਗੱਲ ਕਰਦੇ ਹੋ ਜਾਂ ਜਿਹੜੇ ਤੁਹਾਡੇ ਖਦਸ਼ੇ ਆ ਰਾਸ਼ਟਰਪਤੀ ਰਾਜ ਦੇ, ਉਹ ਬਿਲਕੁਲ ਜਾਇਜ਼ ਆ। ਮੈਂ ਇੱਕ ਥੋੜੀ ਜਿਹੀ ਤੇ ਗੱਲ ਕਰਨਾ ਚਾਹੁੰਦਾ, ਉਹ ਇਹ ਆ ਕਿ ਦੇਖੋ, ਚਾਹੇ ਉਹ ਕਪੂਰਥਲੇ ਦੀ ਘਟਨਾ, ਚਾਹੇ ਉਹ ਦਰਬਾਰ ਸਾਹਿਬ ਦੀ ਘਟਨਾ ਜਾਂ ਕਿਤੇ ਵੀ ਹੋਰ ਥਾਂ ਦੀ ਘਟਨਾ, ਮੈਨੂੰ ਲੱਗਦਾ ਸਾਡੇ ਮੁੱਖ ਮੰਤਰੀ ਵੱਲੋਂ ਤੇ ਸਾਡੇ ਗ੍ਰਹਿ ਮੰਤਰੀ ਵੱਲੋਂ ਜਾਂ ਪੁਲਿਸ ਦੇ ਡੀਜੀਪੀ ਵੱਲੋਂ, ਇਹਨਾਂ ਵੱਲੋਂ ਇੱਕ ਜਿਹੜਾ ਸੀਗਾ ਇੱਕ ਐਲਾਨ, ਬੜਾ ਇੱਕ ਸਖਤ ਐਲਾਨ ਜਾਣਾ ਚਾਹੀਦਾ ਸੀ ਕਿ ਕੋਈ ਵੀ ਵਿਅਕਤੀ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਲਊਗਾ। ਜੇ ਕੋਈ ਵਿਅਕਤੀ ਇਸ ਤਰ੍ਹਾਂ, ਦੇਖੋ ਅਸੀਂ ਇਹ ਗੱਲ ਤਾਂ ਕਰਦੇ ਹਾਂ ਕਿ ਜਜ਼ਬਾਤ ਭੜਕੇ ਹੋਏ ਨੇ, ਹੋ ਸਕਦਾ ਦਰਬਾਰ ਸਾਹਿਬ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਘਟਨਾ ਹੁੰਦੀ ਹੈ ਤਾਂ ਜਜ਼ਬਾਤ ਭੜਕੇ ਆ ਤੇ ਇਸ ਤਰ੍ਹਾਂ ਦੀ ਘਟਨਾ ਹੋ ਗਈ, ਲੇਕਿਨ ਇਸ ਦਾ ਸਹਾਰਾ ਲੈ ਕੇ ਕਿੰਨੇ ਇਸ ਤਰ੍ਹਾਂ ਦੇ ਇਨਸੀਡੈਂਟ ਹੋਰ ਹੋ ਸਕਦੇ ਆ। ਉਹ ਤਾਕਤਾਂ ਇਸ ਜਜ਼ਬਾਤਾਂ ਦਾ ਸਹਾਰਾ ਲੈ ਕੇ ਜਾਂ ਇਹਨੂੰ ਢਾਲ ਬਣਾ ਕੇ ਕਿੰਨੇ ਭੀੜ ਤੰਤਰ ਇਸ ਤਰ੍ਹਾਂ ਦੇ ਕੰਮ ਕਰ ਸਕਦੇ ਜਿਹਦੇ ਨਾਲ ਪੰਜਾਬ ਦਾ ਮਾਹੌਲ ਬੜੇ ਆਰਾਮ ਦੇ ਨਾਲ ਖਰਾਬ ਕੀਤਾ ਜਾ ਸਕਦਾ। ਉਹਨਾਂ ਵੱਲੋਂ ਇਹ ਸੁਨੇਹਾ ਜਾਂ ਮੈਸੇਜ ਬੜਾ ਸਟਰੋਂਗਲੀ ਗਿਆ ਨਹੀਂ ਹਜੇ ਤੱਕ। ਹਾਲਾਂਕਿ ਕਪੂਰਥਲਾ ਦੀ ਪੁਲਿਸ ਨੇ ਇਸ ਤਰ੍ਹਾਂ ਦੇ 100 ਲੋਕਾਂ ਤੇ ਕੇਸ ਵੀ ਦਰਜ ਕੀਤਾ ਜਿਨ੍ਹਾਂ ਨੇ ਸ਼ਾਇਦ ਉਸ ਭੀੜ ਤੰਤਰ ਦਾ ਜਿਹੜਾ ਹਿੱਸਾ ਬਣਦੇ ਹੋਏ ਉਸ ਵਿਅਕਤੀ ਨੂੰ ਮਾਰ ਦਿੱਤਾ ਗਿਆ। ਹਜੇ ਤੱਕ ਦੋਨਾਂ ਵਿਅਕਤੀਆਂ ਦੀ ਸ਼ਨਾਖਤ ਨਹੀਂ ਹੋਈ। ਅੱਛਾ, ਉਹ 100 ਲੋਕਾਂ ਦੇ ਖਿਲਾਫ ਪਹਿਲਾਂ ਖਬਰ ਆਈ ਸੀ ਕਿ ਪਰਚਾ ਹੋਇਆ ਅਣਪਛਾਤਿਆਂ ਦੇ ਖਿਲਾਫ, ਲੇਕਿਨ ਬਾਅਦ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਤੰਤਰ ਉਹ ਤੋਂ ਹੱਥ ਪਿੱਛੇ ਖਿੱਚ ਗਿਆ। ਇਹਦੀ ਤਸਦੀਕ ਨਹੀਂ ਆਪਾਂ ਫਿਲਹਾਲ ਤੱਕ ਕਰ ਸਕਦੇ। ਜੀ ਜੀ ਜੀ, ਬਿਲਕੁਲ ਇਹ ਹੋ ਸਕਦਾ, ਕਿਉਂਕਿ ਹਰ ਚੀਜ਼ ਨੂੰ ਦੇਖੋ ਇੱਕ ਪ੍ਰਸ਼ਾਸਨ ਦਾ, ਇੱਕ ਸਰਕਾਰ ਦਾ ਇਹ ਸੁਨੇਹਾ ਜਾਣਾ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਹੈਗੇ ਆ, ਕਾਨੂੰਨ ਦੀ ਜਿਹੜੀ ਵਿਵਸਥਾ ਸਾਡੇ ਹੱਥ 'ਚ ਆ, ਕਾਨੂੰਨ ਸਾਡੇ ਕੰਟਰੋਲ 'ਚ ਆ, ਲਾਅ ਐਂਡ ਆਰਡਰ ਸਾਡੇ ਕੰਟਰੋਲ 'ਚ ਆ। ਲੇਕਿਨ ਜਦੋਂ ਇਹ ਹੋ ਜੇ ਕਿ ਸਰਕਾਰ ਚੁੱਪ ਕਰ ਜੇ, ਹੋ ਸਕਦਾ ਉਹਨਾਂ ਦੀਆਂ ਪੋਲੀਟੀਕਲ ਮਜਬੂਰੀਆਂ ਹੋਣੀਆਂ ਕਿਸੇ, ਲੇਕਿਨ ਸਰਕਾਰ ਦੀ ਉਹ ਪੋਲੀਟੀਕਲ ਮਜਬੂਰੀ ਨਹੀਂ ਹੋਣੀ ਚਾਹੀਦੀ। ਉਹਨਾਂ ਨੂੰ ਇਹ ਸੁਨੇਹਾ ਬੜਾ ਸਪਸ਼ਟ ਸ਼ਬਦਾਂ 'ਚ ਦੇਣਾ ਚਾਹੀਦਾ ਕਿ ਠੀਕ ਆ, ਇਹਨਾਂ ਅਸੀਂ ਜੋ ਵੀ ਘਟਨਾਵਾਂ ਹੋਣਗੀਆਂ ਜੋ ਇਸ ਤਰ੍ਹਾਂ ਦੀਆਂ ਬੇਅਦਬੀ ਦੀਆਂ, ਉਹਨਾਂ ਨੂੰ ਅਸੀਂ ਰੋਕਾਂਗੇ, ਪਹਿਲੀਆਂ ਦੀ ਅਸੀਂ ਤਹਿਕੀਕਾਤ ਜਾਂ ਜਾਂਚ ਕਰਾਂਗੇ। ਹਾਲਾਂਕਿ ਭਰੋਸਾ ਉਹਨਾਂ ਤੇ ਬਹੁਤ ਘੱਟ ਆ, ਲੇਕਿਨ ਇਸ ਦੇ ਬਾਵਜੂਦ ਵੀ ਉਹਨਾਂ ਦਾ ਸੁਨੇਹਾ ਜਾਣਾ ਜ਼ਰੂਰੀ ਸੀ ਜੋ ਹਜੇ ਤੱਕ ਗਿਆ ਨਹੀਂ। ਇਹ ਜਾਣਾ ਕਿ ਜੇ ਤੁਸੀਂ ਕਾਨੂੰਨ ਆਪਣੇ ਹੱਥ ਚ ਲਾਓਗੇ ਤੇ ਕਾਨੂੰਨ ਵੀ ਆਪਣਾ ਕੰਮ ਕਰੂਗਾ। ਇਹ ਕਿਤੇ ਨਾ ਕਿਤੇ ਸੁਨੇਹਾ ਜਾਣਾ ਜ਼ਰੂਰੀ ਹੈ, ਨਹੀਂ ਤਾਂ ਜਿਹੜੇ ਤੁਹਾਡੇ ਖਦਸ਼ੇ ਨੇ ਜਾਂ ਤੁਹਾਡੇ ਡਰ ਨੇ ਉਹ ਬਿਲਕੁਲ ਜਾਇਜ਼ ਹੋ ਸਕਦੇ ਆ। ਪੰਜਾਬ ਨੂੰ ਅਸੀਂ ਉਸੇ ਹੱਥਾਂ ਦੇ ਵਿੱਚ ਦੁਬਾਰਾ ਉਧਰ ਨੂੰ ਧੱਕ ਰਹੇ ਆ ਔਰ ਇਹਦੇ ਵਿੱਚ ਜਿਹੜੇ ਲੋਕ ਨੇ ਕਿਤੇ ਨਾ ਕਿਤੇ ਅਸੀਂ ਵੀ ਜ਼ਿੰਮੇਵਾਰ ਹੋਵਾਂਗੇ। ਸਾਨੂੰ ਇਹਨਾਂ ਚੀਜ਼ਾਂ ਨੂੰ ਬਹੁਤ ਸਮਝਣਾ ਪਊਗਾ। ਅਸੀਂ ਕਿਸੇ ਵੀ ਧਰਮ ਨੂੰ ਮੰਨਦੇ ਹੋਈਏ, ਕਿਸੇ ਵੀ ਅਸੀਂ ਜਗ੍ਹਾ ਤੇ ਜਾਂਦੇ ਹੋਈਏ, ਲੇਕਿਨ ਸਾਡੀ ਵੀ ਜ਼ਿੰਮੇਵਾਰੀ ਪੂਰੀ ਆ, ਸਰਕਾਰ ਦੀ ਤਾਂ ਹੈਗੀ ਆ ਕਿ ਅਸੀਂ ਆਪਣੇ ਜਜ਼ਬਾਤਾਂ ਉੱਤੇ ਕਾਬੂ ਰੱਖੀਏ, ਉਹਨਾਂ ਨੂੰ ਭੜਕਣ ਨਾ ਦਈਏ। ਹਾਂ, ਸਰਕਾਰ ਨੂੰ ਅਕਾਊਂਟੇਬਲ ਕਰੀਏ, ਉਹਨਾਂ ਤੋਂ ਜਵਾਬਦੇਹੀ ਮੰਗੀਏ ਔਰ ਬਾਰ-ਬਾਰ ਉਹਨਾਂ ਨੂੰ ਪੁੱਛੀਏ ਕਿ ਇਹ ਘਟਨਾਵਾਂ ਕਿਉਂ ਵਾਪਰ ਰਹੀਆਂ ਨੇ, ਇਹਨਾਂ ਨੂੰ ਇਮੀਡੀਏਟਲੀ ਇਹਨਾਂ ਨੂੰ ਨੱਥ ਪਾਓ। ਜੀ ਰੰਧਾਵਾ ਜੀ, ਬਿਲਕੁਲ ਠੀਕ ਹੈ। ਮਨਪ੍ਰੀਤ ਜੀ, ਇੱਕ ਹੋਰ ਡਰ ਜਿਹੜੇ ਲੋਕਾਂ ਦੇ ਅੰਦਰ ਪਾਏ ਜਾ ਰਹੇ ਆ, ਪੰਜਾਬ ਦੇ ਵਿੱਚ ਸ਼ਰਾਬ ਪੀਣਾ ਇੱਕ ਆਮ ਜਿਹਾ ਵਰਤਾਰਾ ਹੈ। ਜਿੰਨਾ ਕੁ ਠੇਕਾ ਖੁੱਲਿਆ ਸਰਕਾਰੀ ਤੌਰ ਤੇ ਔਰ ਜੋ ਤੁਸੀਂ ਦੇਖਦੇ ਹੋ, ਔਰ ਕੱਲ ਨੂੰ ਖੁਦਾ ਨਾ ਖਾਸਤਾ ਜੇ ਤੁਹਾਡੇ ਆਪਣੇ ਆਲੇ ਦੁਆਲੇ ਦੇ ਲੋਕ ਇੱਕ ਦੂਜੇ ਨਾਲ ਉਲਝਣ ਲੱਗ ਗਏ, ਕੋਈ ਸ਼ਰਾਬ ਪੀ ਕੇ ਅੰਦਰ ਆ ਗਿਆ, ਕੋਈ ਕਿਧਰੇ ਬੇਅਦਬੀ ਦੇ ਨਾਂ ਥੱਲੇ ਤੁਸੀਂ ਕਿਸੇ ਨਾਲ ਉਲਝੇ ਹੋਏ ਹੋ ਤੇ ਉਹਨੂੰ ਮਤਲਬ ਕਿਧਰੇ ਘੇਰ ਲੈਨੇ ਹੋ, ਜਾਂ 10 ਜਣੇ ਇੱਕ ਬੰਦੇ ਨੂੰ ਕਹਿ ਦਿੰਦੇ ਆ ਕਿ ਇਹ ਤੱਕ ਅੰਦਰ ਕੁਝ ਕਰਦਾ ਪਿਆ ਸੀ ਜੀ। ਹੁਣ ਗੱਲ ਇਹ ਹੈ ਕਿ ਕੀ ਅਸੀਂ ਬਿਨਾਂ ਸੋਚੇ ਸਮਝੇ ਪੂਰੀ ਤਹਿਕੀਕਾਤ ਕੀਤਿਆਂ ਆਪੇ ਹੀ ਫੈਸਲੇ ਕਰਾਂਗੇ? ਫਿਰ ਉਹ ਅਪਰੋਚ ਜਿਹੜੀ ਅਪਰੋਚ ਦੇ ਖਿਲਾਫ ਸਿੱਖੀ ਲੜਦੀ ਰਹੀ ਆ ਕਿ ਭੈ ਕਾਹੂ ਕੋ ਦੇਤ ਨਹੀਂ। ਸੋ ਮੈਨੂੰ ਲੱਗਦਾ ਹੈ ਕਿ ਅਸੀਂ ਭੈ ਦਾ ਵਾਤਾਵਰਨ ਨਾ ਸਿਰਜੀਏ। ਸਾਨੂੰ ਥੋੜਾ ਜਿਹਾ ਵਿਸ਼ਾਲ ਹਿਰਦੇ ਨਾਲ ਸੋਚਣਾ ਚਾਹੀਦਾ। ਸਾਨੂੰ ਆਪਣੇ ਗੁਰੂ ਘਰਾਂ ਦੀ ਸੁਰੱਖਿਆ ਵਧਾ ਲੈਣੀ ਚਾਹੀਦੀ ਹੈ। ਸਾਨੂੰ ਜੇ ਮਾੜਾ ਦੌਰ ਆਇਆ ਤਾਂ ਇਹਤਿਆਤੀ ਕਦਮ ਜ਼ਿਆਦਾ ਚੁੱਕਣੇ ਚਾਹੀਦੇ ਆ, ਨਾ ਕਿ ਅਸੀਂ ਕਿਰਪਾਨਾਂ ਲੈ ਕੇ ਇੱਕ ਮਾਹੌਲ ਪੈਦਾ ਸਾਰੇ ਦੇਸ਼ ਵਿੱਚ ਕਰ ਦਈਏ ਕਿ ਅਸੀਂ ਤਾਂ ਅਸਹਿਣਸ਼ੀਲ ਆ, ਅਸੀਂ ਤਾਂ ਮੈਨੂੰ ਲੱਗਦਾ ਅੱਜ ਦੇ ਦੌਰ 'ਚ ਇਹਦੀ ਕੋਈ ਸਥਾਨ ਨਹੀਂ। ਸਾਡੀਆਂ ਲਹਿ ਲਹਿਰਾਉਂਦੀਆਂ ਜਿਹੜੀਆਂ ਕਿਰਪਾਨਾਂ ਨੇ, ਇਹ ਕੋਈ ਸਾਡੀ ਅਣਖ ਜਾਂ ਸਾਡੇ ਕੋਈ ਬਹਾਦਰ ਹੋਣ ਦੀ ਸੂਚਕ ਨਹੀਂ ਗੀਆਂ। ਇਹ ਸੂਚਕ ਨੇ ਸਾਡੇ, ਮੈਂ ਹੁਣ ਸ਼ਬਦ ਨਹੀਂ ਵਰਤਣਾ,
ਖੈਰ ਮੈਂ ਇਹ ਜੀ ਤੋਂ ਅੱਗੇ ਆਵਾਂ ਕਿ ਮੁੱਖ ਮੰਤਰੀ ਸਾਹਿਬ ਨੂੰ ਇਹਦੇ ਤੇ ਸਰਬ ਪਾਰਟੀ ਮੀਟਿੰਗ ਸੱਦ ਕੇ ਤੁਰੰਤ ਸਿਆਸਤ ਬੰਦ ਕਰਨ ਲਈ ਸਾਂਝੀ ਗੱਲ ਕਰਨੀ ਚਾਹੀਦੀ ਆ, ਔਰ ਸਾਰੀਆਂ ਪਾਰਟੀਆਂ ਕਹਿਣ ਕਿ ਇਹ ਸਿਆਸਤ ਤੇ ਬੇਅਦਬੀ ਦੇ ਮਾਮਲੇ ਤੇ ਨਾ ਹੋਵੇ, ਔਰ ਇਹ ਅੱਜ ਹੀ ਪਹਿਲ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੈ ਕਿ ਉਹ ਸ਼ਾਮ ਤੱਕ ਸਾਰੀਆਂ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਸੱਦਣ ਤੇ ਮੈਨੂੰ ਲੱਗਦਾ ਹੈ ਕਿ ਸਾਰੇ ਇਕੱਠੇ ਹੋ ਕੇ ਤੇ ਫੈਸਲਾ ਲੈਣ ਕਿ ਅਸੀਂ ਜਿਸ ਦਿਸ਼ਾ ਨੂੰ ਵੱਧ ਰਹੇ ਹਾਂ ਉਹ ਨਹੀਂ ਵਧਣੇ ਚਾਹੀਦੇ। ਮੈਨੂੰ ਜ਼ਰੂਰ ਇੱਥੇ ਟਿੱਪਣੀ ਦਿਓ। ਤੁਹਾਡੀ ਗੱਲ ਬਿਲਕੁਲ ਠੀਕ ਹੈ, ਔਰ ਮੈਨੂੰ ਲੱਗਦਾ ਹੈ ਜੇ ਮੁੱਖ ਮੰਤਰੀ ਸਾਹਿਬ ਇਸ ਤਰ੍ਹਾਂ ਦੀ ਪਹਿਲ ਕਰਨ ਤੇ ਵਾਕਈ ਬਹੁਤ ਵਧੀਆ ਹੋਏਗਾ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਉਹਨਾਂ ਦੀ ਰਾਏ ਲੈਣੀ ਤੇ ਸਾਰਿਆਂ ਨੂੰ ਇੱਕ ਸੁਨੇਹਾ ਦੇਣਾ ਕਿ ਅਸੀਂ ਇਸ ਮਸਲੇ ਤੇ ਬਿਲਕੁਲ ਸਾਰੇ ਇਕੱਠੇ ਆ, ਸਿਆਸਤ ਆਪਣੀ ਥਾਂ ਤੇ ਆ, ਪਰ ਜੇ ਕੋਈ ਪੰਜਾਬ ਦਾ ਮਾਹੌਲ ਖਰਾਬ ਕਰੇਗਾ ਤਾਂ ਅਸੀਂ ਇਕੱਠੇ ਆ, ਸਿਆਸਤ ਅਸੀਂ ਕਰੀ ਜਾਵਾਂਗੇ। ਦੇਖੋ ਬਹੁਤ ਸਾਰੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਪਸੰਦ ਨਹੀਂ ਆਉਂਦੀ, ਉਹਨਾਂ ਨੂੰ ਇਹ ਬਰਦਾਸ਼ਤ ਹੀ ਨਹੀਂ ਹੁੰਦਾ ਕਿ ਇੱਥੋਂ ਦਾ ਜਿਹੜਾ ਭਾਈਚਾਰਾ ਉਹ ਰਲ ਕੇ ਕਿਉਂ ਰਹਿ ਰਿਹਾ, ਆਪਸ ਦੇ ਵਿੱਚ ਇੰਨੀ ਸਾਂਝ ਕਿਉਂ ਆ। ਜੇ ਬਾਕੀ ਸੂਬਿਆਂ 'ਚ ਤੁਸੀਂ ਦੇਖੋ, ਬਾਕੀ ਥਾਵਾਂ ਤੇ ਬਹੁਤ ਕੁਝ ਹੋ ਰਿਹਾ, ਲੇਕਿਨ ਸਾਡੇ ਇੱਥੇ ਸੂਬੇ ਦੇ ਵਿੱਚ ਚਾਹੇ ਕਿਸਾਨੀ ਸੰਘਰਸ਼ ਆ, ਚਾਹੇ ਆਪਸ ਦੇ ਵਿੱਚ ਜੋ ਮਤਭੇਦ ਆ, ਚਾਹੇ ਪੋਲੀਟੀਕਲ ਮਤਭੇਦ ਆ, ਲੇਕਿਨ ਫਿਰ ਵੀ ਭਾਈਚਾਰਾ ਬਰਕਰਾਰ ਆ। ਲੇਕਿਨ ਲੋਕਾਂ ਨੂੰ ਜਾਂ ਬਹੁਤ ਸਾਰੀਆਂ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂ ਆ। ਚਰਨਜੀਤ ਸਿੰਘ ਚੰਨੀ ਨੂੰ ਅੱਜ ਇਹ ਸੁਨੇਹਾ ਦੇਣਾ ਪਊਗਾ, ਸਾਰੀਆਂ ਪਾਰਟੀਆਂ ਨੂੰ ਬੁਲਾ ਕੇ ਇੱਕ ਮੰਚ ਤੇ ਇਕੱਠੇ ਹੋਣ ਤੇ ਸਾਰਿਆਂ ਨੂੰ ਇਹ ਗੱਲ ਕਹਿਣ ਕਿ ਆਓ ਆਪਾਂ ਲੋਕਾਂ ਨੂੰ ਅਪੀਲ ਕਰੀਏ ਕਿ ਘੱਟੋ ਘੱਟ ਭੀੜ ਤੰਤਰ ਦਾ ਹਿੱਸਾ ਨਾ ਬਣੋ, ਕਾਨੂੰਨ ਨੂੰ ਆਪਣੇ ਹੱਥ 'ਚ ਨਾ ਲਓ, ਸਾਨੂੰ ਕੰਮ ਕਰਨ ਦਿਓ। ਔਰ ਅਸੀਂ ਉਹਨਾਂ ਨੂੰ ਵੀ ਭਰੋਸਾ ਦਿਵਾਉਣਾ ਚਾਹੀਦਾ ਲੋਕਾਂ ਨੂੰ ਕਿ ਅਸੀਂ ਜਲਦੀ ਜਿਹੜੇ ਇਹਨਾਂ ਦੇ ਦੋਸ਼ੀਆਂ ਨੂੰ ਜ਼ਰੂਰ ਫੜਾਂਗੇ ਜੀ। ਅੱਛਾ, ਇਹਦੇ 'ਚ ਬਿਲਕੁਲ ਤੁਰੰਤ ਤਾਂ ਮੈਟਲ ਡਿਟੈਕਟਰ ਜਿਹੜੇ ਉਹ ਲਾਜ ਦੇਣੇ ਚਾਹੀਦੇ, ਤਾਂ ਸਰਕਾਰਾਂ ਕੋਲ ਕਾਫੀ ਮਾਤਰਾ 'ਚ ਹੋ ਵੀ ਸਕਦੇ ਆ ਜਾਂ ਅਰੇਂਜ ਕਰਨੇ ਕੋਈ ਔਖੇ ਨਹੀਂ। ਲੇਕਿਨ ਜੇਕਰ ਤੁਸੀਂ ਸ਼੍ਰੋਮਣੀ ਕਮੇਟੀ ਨੂੰ ਜੇ ਏਡੇ ਵੱਡੇ ਪ੍ਰਬੰਧਾਂ ਦੇ ਸਾਹਮਣੇ ਜਾਣਾ ਹੈ ਤਾਂ ਦੇਸ਼ ਵਿਦੇਸ਼ 'ਚ ਵਸਦੀ ਸੰਗਤ ਕੋਲੋਂ ਇੱਕ ਫੰਡ ਨਵਾਂ ਕਾਇਮ ਕਰ ਲਓ। ਬੋਡੀ ਸਕੈਨਰ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਕਿਸੇ ਨੂੰ ਰੋਕੋ ਟੋਕੋ ਵੀ ਨਾ, ਲੇਕਿਨ ਨਿਗਰਾਨੀ ਵੀ ਪੂਰੀ ਕਰ ਸਕੋ। ਤੇ ਫਿਰ ਤੁਹਾਨੂੰ ਆਪਣੇ ਰਡਾਰ ਤੇ ਕਈ ਚੀਜ਼ਾਂ ਹੋਰ ਸ਼ਾਮਲ ਕਰਨੀਆਂ ਪੈਣਗੀਆਂ। ਖੈਰ ਬਹੁਤ ਸਿਆਣੇ ਲੋਕ ਬੈਠੇ, ਸਾਡੇ ਸੁਝਾਵਾਂ ਦੀ ਕੋਈ ਅਰਥ ਨਹੀਂ। ਅਸੀਂ ਤਾਂ ਸਿਆਸਤ ਦਾ ਜ਼ਿਕਰ ਕਰਦੇ ਰਹਿੰਦੇ ਹਾਂ ਤੇ ਇਹ ਵੀ ਸਿਆਸਤ ਦਾ ਇੱਕ ਹਿੱਸਾ ਹੋ ਗਿਆ। ਹੁਣ ਬੇਅਦਬੀ ਵਰਗੇ ਮਾਮਲੇ ਵੀ ਸਿਆਸਤ ਦੀ ਸਿਖਰ ਤੇ ਆਉਂਦੇ ਆ ਜਿੱਥੋਂ ਵੋਟ ਨਿਕਲਦੀ ਆ। ਤੇ ਮੈਨੂੰ ਇਹ ਜ਼ਰੂਰ ਦੱਸਿਓ ਕਿ ਪੰਜਾਬ ਦੀ ਸਿਆਸਤ 'ਚ 3-4 ਵੱਡੀਆਂ ਘਟਨਾਵਾਂ ਵਾਪਰ ਗਈਆਂ ਨੇ। ਜੇਕਰ ਇਹ ਐਸੇ ਵੇਲੇ ਸਭ ਤੋਂ ਅਹਿਮ ਸਵਾਲ ਹੋਵੇ ਤਾਂ ਕਾਂਗਰਸ ਵਰਗੀ ਸੱਤਾਧਾਰੀ ਪਾਰਟੀ ਨੂੰ ਸੰਕਟ ਖੜਾ ਹੋ ਗਿਆ। ਉਹ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਲਈ ਇਹ ਅਚਨਚੇਤ ਇੱਕ ਨਵਾਂ ਟਾਸਕ ਆ ਪਿਆ, ਨਵੀਂ ਬੇਅਦਬੀ, ਇਸ ਤਰ੍ਹਾਂ ਦੇ ਵਰਤਾਰਿਆਂ ਦਾ। ਲੇਕਿਨ ਪਰਦੇ ਪਿੱਛੇ ਅਜੇ ਵੀ ਬੜਾ ਕੁਝ ਚੱਲ ਰਿਹਾ। ਇਹ ਤੋਂ ਧਿਆਨ ਹਟਾਉਣ ਲਈ ਕੁਝ ਕਾਰਵਾਈਆਂ ਵੀ ਹੋ ਸਕਦੀਆਂ। ਮੈਨੂੰ ਲੱਗਦਾ ਮੇਰੇ ਫਿਕਰ ਅੱਗੇ ਨਾਲੋਂ ਥੋੜੇ ਜਿਹੇ ਹੋਰ ਤਰ੍ਹਾਂ ਦੇ ਹੋ ਗਏ ਕਿ ਜਿਹੜੀ ਸਰਗਰਮੀ ਸਰਕਾਰ ਦੀ ਸਲੋ ਸੀ ਵੱਖ-ਵੱਖ ਖੇਤਰਾਂ 'ਚ, ਉਹ ਸਿਆਸੀ ਬਦਲਾਖੋਰੀ ਵਾਲੀ ਵੀ ਗੱਲ ਤੇ ਆ ਸਕਦੀ ਹੈ ਕਿ ਇੱਕਦਮ ਬੇਅਦਬੀ ਮਾਮਲਿਆਂ ਤੋਂ ਧਿਆਨ ਭਟਕਾਉਣ ਲਈ, ਹਟਾਉਣ ਲਈ ਇਸ ਪਾਸੇ ਕਿਸੇ ਹੋਰ ਪਾਸੇ ਨਵੀਂ ਵੱਡੀ ਖਬਰ ਬਣਾ ਦਿਓ। ਖੈਰ ਸਿੱਧੂ ਦਾ ਇਹ ਕਹਿਣਾ ਕਿ 2 ਮੰਤਰੀ ਪਹਿਲਾਂ ਮੇਰੇ ਖਿਲਾਫ ਸਾਜ਼ਿਸ਼ ਕਰਦੇ ਰਹੇ ਆ, ਮੁੱਖ ਮੰਤਰੀ ਤੇ ਤੀਜੇ ਨੇ ਵੀ ਸ਼ੁਰੂ ਕਰਤੀ ਹੈ, ਕਿਵੇਂ ਲਓਗੇ ਇਹਨੂੰ? ਦੇਖੋ ਇਹ ਗੱਲ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨਾਂ ਤੋਂ ਵੱਖਰੇ ਮੰਚਾਂ ਤੋਂ, ਵੱਖਰੇ ਇਲਾਕਿਆਂ ਤੋਂ ਸਿੱਧੂ ਜਿੱਦਾਂ ਆਪ ਮੁਹਾਰੇ ਹੋ ਕੇ ਸਾਰੇ ਕੈਂਡੀਡੇਟਸ ਨੂੰ ਥਾਪੜੇ ਦੇ ਰਹੇ ਆ, ਬਤੌਰ ਉਹ ਚੋਣ ਕਮੇਟੀ ਦੇ ਚੇਅਰਮੈਨ ਤੇ ਬਤੌਰ ਕਾਂਗਰਸ ਦੇ ਪ੍ਰਧਾਨ, ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ। ਇਹ ਠੀਕ ਆ, ਉਹਨਾਂ ਦੇ ਵਿੱਚ ਕੌਨਫੀਡੈਂਸ ਝਲਕਦਾ, ਲੇਕਿਨ ਕਈ ਵਾਰੀ ਉਹ ਬਹੁਤ ਜ਼ਿਆਦਾ ਕਹਿ ਜਾਂਦੇ ਆ। ਜਿਵੇਂ ਹੁਣ ਉਹਨਾਂ ਨੇ ਕਿਹਾ ਕਿ 2 ਸਾਬਕਾ ਮੁੱਖ ਮੰਤਰੀ, ਚਲੋ ਉਹਨਾਂ ਦੀ ਤਾਂ ਗੱਲ ਮੰਨੀ, ਉਹ ਕਹਿੰਦੇ ਵੀ ਮੇਰੇ ਖਿਲਾਫ ਉਹਨਾਂ ਨੇ ਸਾਜ਼ਿਸ਼ਾਂ ਕੀਤੀਆਂ ਲੇਕਿਨ ਆਪ ਹੀ ਸੱਤਾ ਚੋਂ ਬਾਹਰ ਹੋ ਗਏ। ਤੇ ਕਹਿੰਦੇ ਕਿ ਇੱਕ ਹੁਣ ਹੋਰ ਮੁੱਖ ਮੰਤਰੀ ਮੇਰੇ ਖਿਲਾਫ ਲੱਗਾ ਹੋਇਆ, ਕੋਈ ਗੱਲ ਨਹੀਂ, ਉਹਨੂੰ ਵੀ ਆਪਣਾ ਹਸ਼ਰ ਪਤਾ ਲੱਗ ਜੂ। ਇਹ ਗੱਲਾਂ ਮੈਨੂੰ ਲੱਗਦਾ ਅੱਜ ਦੇ ਸਮੇਂ ਦੇ ਵਿੱਚ ਇੱਕ ਜਿਹੜੇ ਕਿਸੇ ਵੀ ਮੈਚਿਓਰਡ ਪੋਲੀਟੀਸ਼ੀਅਨ ਲਈ ਇਹ ਕਹਿਣੀਆਂ ਠੀਕ ਨਹੀਂ ਹੈ। ਮਲੇਰਕੋਟਲੇ ਦੇ ਵਿੱਚ ਤੁਸੀਂ ਇਹ ਗੱਲ ਕਰ ਰਹੇ ਹੋ, ਠੀਕ ਹੈ, ਉੱਥੇ ਤੁਹਾਨੂੰ ਬਹੁਤ ਭਾਰੀ ਹੁੰਗਾਰਾ ਮਿਲਿਆ, ਜਾਂ ਲੋਕਾਂ ਦੇ ਵਿੱਚ ਜਾ ਕੇ ਜਿੱਥੇ ਵੀ ਤੁਸੀਂ ਹੋ, ਗੱਲ ਉਸ ਦੀ ਨਹੀਂ ਹੈ ਕਿ ਕਿਸ ਥਾਂ ਤੇ ਗੱਲ ਕਰ ਰਹੇ ਹੋ, ਗੱਲ ਇਹ ਆ ਕਿ ਜਿੱਥੇ ਵੀ ਤੁਸੀਂ ਹੋ ਲੇਕਿਨ ਜ਼ਿੰਮੇਵਾਰੀ ਦੇ ਨਾਲ ਬੋਲਣਾ ਇਹ ਬਹੁਤ ਲਾਜ਼ਮੀ ਹੈ। ਇਹਨਾਂ ਗੱਲਾਂ ਕਰਕੇ ਅਕਸਰ ਨਵਜੋਤ ਸਿੰਘ ਸਿੱਧੂ ਦੇ ਆਪਣੀ ਪਾਰਟੀ ਦੇ ਵਿੱਚੋਂ ਵਿਰੋਧੀ ਪੈਦਾ ਹੋ ਜਾਂਦੇ ਆ। ਉਹਨਾਂ ਨੂੰ ਕੋਈ ਵਿਰੋਧ ਬਾਹਰੋਂ ਨਹੀਂ ਖਰੀਦਣਾ ਪੈਂਦਾ ਜਾਂ ਬਾਹਰੋਂ ਨਹੀਂ ਲਿਆਉਣਾ ਪੈਂਦਾ, ਉਹ ਤਾਂ ਵਿਰੋਧ ਰਹਿਣਾ ਹੀ ਆ ਪੋਲੀਟੀਕਲ ਪਾਰਟੀਆਂ ਦਾ। ਤੁਹਾਡਾ ਮਤਲਬ ਉਹ ਪਰਲੇ ਬੰਨੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਕੱਲ ਜੋ ਕਹਿ ਕੇ ਆਏ ਸੀ ਪਰਸੋਂ, ਤੇ ਕੱਲ ਉਹਦਾ ਰਿਐਕਸ਼ਨ ਆ ਗਿਆ, ਉਹ ਤੁਹਾਡਾ ਮਤਲਬ ਸੇਮ ਮੈਨੂੰ ਲੱਗਦਾ ਹੈ ਰਾਜੇ ਰਾਣੇ। ਬਿਲਕੁਲ, ਰਾਜੇ ਰਾਣੇ ਤੇ ਵੀ ਆਪਾਂ ਆਉਨੇ ਆ। ਦੇਖੋ ਆ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਕਿ ਦੇਖੋ ਰਾਣਿਆਂ ਦੀ ਹੁਣ ਚੱਲਣੀ ਨਹੀਂ, ਇਸੇ ਕਰਕੇ ਅੱਜ ਰਾਣਾ ਗੁਰਜੀਤ ਦੀ ਜੇ ਤੁਸੀਂ ਗੱਲ ਕਹੇ ਤਾਂ ਆਪਾਂ ਗੱਲ ਕਰ ਹੀ ਲੈਂਦੇ ਆ।
ਕਰ ਲਓ। ਰਾਣਾ ਗੁਰਜੀਤ ਨੇ ਆਪਣਾ ਰਿਐਕਸ਼ਨ ਦਿੱਤਾ। ਉਹ ਕਹਿੰਦੇ ਵੀ ਮੈਂ ਤੇਰੇ ਤੋਂ ਪੁਰਾਣਾ ਕਾਂਗਰਸੀ ਆ, ਤੇਰੇ ਤੋਂ ਵੱਧ ਸਮਾਂ ਲਾਇਆ। ਮੈਂ ਹੂੰ ਸਨ 2000 ਦਾ ਆਇਆ, ਤਾਂ ਉਸ ਤੋਂ ਪਹਿਲਾਂ ਦੇ ਵੀ ਸਾਡੇ ਜਿਹੜਾ ਪਰਿਵਾਰ ਜੁੜਿਆ ਹੋਇਆ, ਤੇ ਤੂੰ ਹੁਣ ਇਹੋ ਜਿਹੀਆਂ ਗੱਲਾਂ ਨਾ ਕਰ। ਦੇਖੋ, ਰਾਣਾ ਗੁਰਜੀਤ ਦਾ ਇਸ ਗੱਲ ਤੇ ਭੜਕਣਾ, ਹਾਲਾਂਕਿ ਰਾਣਾ ਗੁਰਮੀਤ ਸੋਢੀ ਹੁਣ ਵੀ ਭੜਕ ਸਕਦੇ ਸੀ, ਲੇਕਿਨ ਹੂੰ ਉਹ ਮੈਨੂੰ ਲੱਗਦਾ ਥੋੜੇ ਜਿਹੇ ਵੱਧ ਸਿਆਣੇ ਆ। ਲੇਕਿਨ ਨਾਲ ਦੀ ਨਾਲ ਮੈਨੂੰ ਲੱਗਦਾ ਇੱਕ ਗੱਲ ਮੈਂ ਤੁਹਾਡੀ ਹੋਰ ਜੋੜਦਾ, ਤੁਹਾਡੇ ਹੀ ਪ੍ਰੋਗਰਾਮ ਦੇ ਵਿੱਚ ਕੱਲ ਜੀ ਜੀ ਰਾਜੀਵ ਭਾਸਕਰ ਜੀ ਨੇ ਉਹਨਾਂ 7 ਮੰਤਰੀਆਂ ਦੀ ਗੱਲ ਕੀਤੀ ਸੀ ਕਾਂਗਰਸ ਦੇ, ਜਿਨ੍ਹਾਂ ਦੀ ਸੰਭਾਵਨਾ ਕਿ ਉਹ ਭਾਜਪਾ ਚੱਲ ਜਾਣ, ਜਿਨ੍ਹਾਂ ਹੂੰ ਦੇ ਵਿੱਚੋਂ ਰਾਣਾ ਗੁਰਜੀਤ ਹੋਣਾ ਦਾ ਵੀ ਨਾਂ ਇੱਕ ਆਉਂਦਾ। ਸਾਨੂੰ ਨਹੀਂ ਪਤਾ ਕਿ ਇਹ ਗੱਲ ਸਿਰੇ ਲੱਗੂਗੀ ਨਾ ਲੱਗੂਗੀ, ਕਿਉਂਕਿ ਪੋਲੀਟੀਕਲ ਸੰਭਾਵਨਾਵਾਂ ਬਹੁਤ ਖੁੱਲੀਆਂ ਹੁੰਦੀਆਂ ਨੇ। ਹੂੰ ਅੱਜ ਕੁਛ ਹੁੰਦਾ, ਕੱਲ ਕੁਛ ਹੋਰ ਹੋ ਜਾਂਦਾ। ਹੋ ਸਕਦਾ ਇਹਨਾਂ ਨੂੰ ਰੋਕ ਲਿਆ ਜਾਵੇ, ਜਾਂ ਹੋ ਸਕਦਾ ਨਾ ਰੋਕਿਆ ਜਾਵੇ। ਹੂੰ ਲੇਕਿਨ ਇੱਕ ਗੱਲ ਜ਼ਰੂਰ ਆ ਕਿ ਇਹ ਉਹੀ ਰਾਣਾ ਗੁਰਜੀਤ ਆ ਜਿਨ੍ਹਾਂ ਨੂੰ ਰੇਤਾ ਬਜਰੀ ਕਰਕੇ ਜੋ ਹੂੰ ਇਹ ਸੀ, ਇਹਨਾਂ ਨੂੰ ਅਸਤੀਫਾ ਦੇਣਾ ਪਿਆ ਸੀ। 16 ਜੀ ਜਨਵਰੀ ਸਨ 2018 ਦੇ ਵਿੱਚ ਇਹਨਾਂ ਨੂੰ ਅਸਤੀਫਾ ਦੇਣਾ ਪੈ ਗਿਆ ਸੀ, ਹਾਲਾਂਕਿ। ਔਰ ਇਹਨਾਂ ਦਾ ਇਹ ਵੀ ਆਪਾਂ ਨੂੰ ਪਤਾ ਕਿ ਜੋ ਇਹ ਕੰਮ ਕਰ ਰਹੇ ਸੀ ਰੇਤਾ ਬਜਰੀ ਦੇ ਵਿੱਚ, ਕਿਉਂਕਿ ਕਾਂਗਰਸ ਸਰਕਾਰ ਤਾਂ ਆਈ ਸੀ ਉਸ ਮਾਫੀਆ ਨੂੰ ਖਤਮ ਕਰਨ ਲਈ, ਤੇ ਬਾਅਦ ਚ ਹੂੰ ਪਤਾ ਲੱਗਾ ਇਹਨਾਂ ਦੇ ਨੌਕਰ ਕੋਈ 26 ਕਰੋੜ ਦੇ, ਅਮਿਤ ਕੋਈ ਹੈਗੇ ਬਹਾਦਰ, ਉਹ ਨੇਪਾਲ ਦੇ, ਉਹਨਾਂ ਦਾ 26 ਕਰੋੜ ਦਾ ਠੇਕਾ ਚੱਲ ਰਿਹਾ ਸੀ। ਇਸ ਤਰ੍ਹਾਂ ਇਹਨਾਂ ਦੇ ਤਮਾਮ ਜਿਹੜੇ ਆਪਣੇ ਵਰਕਰ ਸੀ, ਉਹ ਮੈਨੂੰ ਅੱਜ ਵੀ ਯਾਦ ਆ, ਹੂੰ ਅੰਗਰੇਜ਼ੀ ਟ੍ਰਿਬਿਊਨ ਨੇ ਉਹ ਸਾਰੀਆਂ ਤਮਾਮ ਖਬਰਾਂ ਚਲਾਈਆਂ, ਤੇ ਫਿਰ ਮੁੜ ਕੇ ਇਹਨਾਂ ਨੂੰ ਅਸਤੀਫਾ ਦੇਣਾ ਪਿਆ। ਸੋ ਆਪਣੀ ਪੀੜ੍ਹੀ ਥੱਲੇ ਰਾਣਾ ਗੁਰਜੀਤ ਹੋਣੀ ਜ਼ਰੂਰ ਸੋਟਾ ਮਾਰ ਲੈਣ ਕਿ ਉਹ ਹੂੰ ਕਿੱਥੇ ਖੜੇ ਆ। ਇਸੇ ਕਰਕੇ ਘੱਟ ਬੋਲਦੇ ਆ, ਤੇ ਇਸੇ ਕਰਕੇ ਹੋ ਸਕਦਾ ਜਿਹੜੀ ਗੱਲ ਤੁਸੀਂ ਕੱਲ ਕਹੀ ਸੀ ਆਪਣੇ ਪ੍ਰੋਗਰਾਮ ਦੇ ਵਿੱਚ, ਇਹਨਾਂ ਦੀ ਬਾਹ ਵੀ ਮਰੋੜੀ ਜਾ ਰਹੀ ਹੋਵੇ, ਤੇ ਜੀ ਕੇਸ ਜਿਹੜਾ ਹੈ ਉਹਨਾਂ ਦੇ ਖਿਲਾਫ ਵੀ ਹੋ ਜੇ। ਸੋ ਇਸ ਤਰ੍ਹਾਂ ਦੇ ਹੈ। ਲੇਕਿਨ ਵਾਪਸ ਆਉਣਾ, ਨਵਜੋਤ ਸਿੰਘ ਸਿੱਧੂ ਹੋਣਾ ਨੂੰ ਵੀ ਸਿਰਫ ਇੰਨੀਆਂ ਗੱਲਾਂ ਕਰਕੇ, ਚਾਹੇ ਉਹ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਆ, ਚਾਹੇ ਆਪਣੇ ਪਾਰਟੀ ਕੁਲੀਗਸ ਦੇ ਖਿਲਾਫ ਬੋਲਦੇ ਆ, ਇਹ ਉਹਨਾਂ ਹੂੰ ਨੂੰ ਵੀ ਧਿਆਨ ਰੱਖਣ ਦੀ ਲੋੜ ਆ। ਕਿਉਂਕਿ ਜੇ ਆਪਣੇ ਵਿਰੋਧੀ ਹੋ ਜਾਣ, ਉਹਨਾਂ ਨੂੰ ਹੂੰ ਸੰਭਾਲਣਾ ਬਹੁਤ ਔਖਾ। ਵਿਰੋਧੀਆਂ ਨੂੰ ਤਾਂ ਤੁਸੀਂ ਵਿਰੋਧੀ ਹੋ ਕੇ ਸਾਂਭ ਸਕਦੇ ਹੋ, ਆਪਣਿਆਂ ਨੂੰ ਵਿਰੋਧੀ ਹੋ ਕੇ ਨਹੀਂ ਤੁਸੀਂ ਸਾਂਭ ਸਕਦੇ। ਇਹ ਗੱਲ, ਇਹ ਗੁਰ ਉਹਨਾਂ ਨੂੰ ਸਿੱਖਣਾ ਪਊਗਾ। ਜੀ ਰੰਧਾਵਾ ਜੀ। ਸੀਬੀਆਈ ਵਾਲੀ ਖਬਰ ਲੈਣ ਤੋਂ ਪਹਿਲਾਂ ਮੈਨੂੰ ਉਸ ਖਬਰ ਤੇ ਜ਼ਰੂਰ ਜਾਣਾ ਹੈ ਜਿਹਦੇ ਵਿੱਚ ਕਹਿੰਦੇ ਆ ਕਿ ਕਾਂਗਰਸ ਦੀ ਸਕਰੀਨਿੰਗ ਕਮੇਟੀ ਲਗਾਤਾਰ ਜੁੜ ਰਹੀ ਆ ਔਰ ਲਗਾਤਾਰ ਮੰਥਨ ਹੋ ਰਿਹਾ ਕਿ ਹੈਵੀਵੇਟ ਕੈਂਡੀਡੇਟਸ ਦੇ ਖਿਲਾਫ ਹੈਵੀਵੇਟ ਆਗੂ ਉਤਾਰਤੇ ਜਾਣ। ਇਹਦੇ ਤੇ ਕੋਈ ਟਿੱਪਣੀ ਦਿਓ। ਦੇਖੋ ਜੀ, ਤੁਹਾਨੂੰ ਯਾਦ ਹੋਣਾ, ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ, ਕੁਲਜੀਤ ਸਿੰਘ ਨਾਗਰਾ ਨੇ ਸਭ ਤੋਂ ਹੂੰ ਪਹਿਲਾਂ ਇਹੋ ਜਿਹਾ ਕਨਸੈਪਟ ਲੈ ਕੇ ਆਂਦਾ। ਹੋ ਸਕਦਾ ਜਦੋਂ ਉਹਨਾਂ ਨੇ ਇਹ ਗੱਲ ਕੀਤੀ ਹੋਵੇ, ਕਿਉਂਕਿ ਕੁਲਜੀਤ ਸਿੰਘ ਨਾਗਰਾ ਦੀਆਂ ਨਜ਼ਦੀਕੀਆਂ ਜਿਹੜੀਆਂ ਹੂੰ ਕਾਂਗਰਸ ਪਾਰਟੀ ਦੇ ਸੈਂਟਰ ਦੀ ਲੀਡਰਸ਼ਿਪ ਆ, ਉਹਨਾਂ ਦੇ ਨਾਲ ਬਹੁਤ ਨੇ। ਜੀ ਮੈਨੂੰ ਪਤਾ ਹਾਈ ਕਮਾਂਡ ਵੀ ਜਿਹਨਾਂ ਨੂੰ ਆਪਾਂ ਕਹਿੰਦੇ, ਆਪਾਂ ਨੂੰ ਸਾਰਿਆਂ ਨੂੰ ਪਤਾ। ਤੇ ਹੂੰ ਕਿਤੇ ਨਾ ਕਿਤੇ ਗੱਲ ਉੱਤੇ ਜ਼ਰੂਰ ਤੁਰੀ ਹੋਏਗੀ। ਤੇ ਜਿਹੜੇ ਅੱਜ ਦੀਆਂ ਖਬਰਾਂ ਵੀ ਆਪਾਂ ਲੈ ਲਈਏ, ਉਹ ਕਹਿੰਦੇ ਕਿ ਸਹਿਮਤੀ ਬਣਦੀ ਹੋਈ ਲੱਗਦੀ ਹੈ ਕਿ ਹਾਂ, ਇਸ ਤਰ੍ਹਾਂ ਦਾ ਕੰਮ ਹੋਣਾ ਚਾਹੀਦਾ। ਤੇ ਹੂੰ ਜੇ ਇਸ ਤਰ੍ਹਾਂ ਹੋ ਗਿਆ ਰੰਧਾਵਾ ਜੀ, ਤੇ ਫਿਰ ਕਈ ਜਰਨੈਲ ਆਪਣੇ ਭਵਿੱਖਾਂ ਬਾਰੇ ਸੋਚ ਲੈਣ ਕਿ ਉਹਨਾਂ ਦਾ ਭਵਿੱਖ ਕੀ ਬਿਲਕੁਲ ਹੋਊਗਾ। ਐਤਕੀ ਸੁਰੱਖਿਅਤ ਸੀਟਾਂ ਨਹੀਂ ਲੱਭਣੀਆਂ, ਐਤਕੀ ਹੂੰ ਲੜਨਾ ਪੈਣਾ ਮੈਦਾਨ ਦੇ ਵਿੱਚ, ਮੈਦਾਨੇ ਜੰਗ ਦੇ ਵਿੱਚ, ਤੇ ਫਰੰਟ ਤੇ ਲੜਨਾ ਪੈਣਾ, ਪਿੱਛੇ ਹੋ ਕੇ ਨਹੀਂ ਲੜਨਾ ਪੈਣਾ ਜੇ ਇਸ ਤਰ੍ਹਾਂ ਦਾ ਕੁਝ ਹੋ ਜਾਂਦਾ। ਜਿਸ ਤੱਕ ਫਤਿਹ ਜੰਗ ਸਿੰਘ ਬਾਜਵਾ ਕਹਿੰਦੇ ਆ ਕਿ ਮੈਂ ਉਹਨਾਂ ਦੇ ਬੱਚਿਆਂ ਵਰਗਾ ਆਪਣੇ ਭਰਾ ਪ੍ਰਤਾਪ ਸਿੰਘ ਬਾਜਵਾ ਬਾਰੇ, ਤੇ ਉਹਦੀ ਸੀਟ ਹੜੱਪ ਕੇ ਕੀ ਸਾਬਤ ਕਰਨਾ ਚਾਹੁੰਦੇ ਮੈਨੂੰ ਨਹੀਂ ਪਤਾ, ਪਰ ਕਹਿੰਦੇ ਜੇ ਸੱਚਮੁੱਚ ਹੀ ਲੜਨਾ ਹੈ ਤਾਂ ਫਿਰ ਉਹ ਇਸ ਇਲਾਕੇ ਦੇ ਸਭ ਤੋਂ ਵੱਡੇ ਲੀਡਰ ਖਿਲਾਫ ਲੜਨ, ਉਹਨਾਂ ਨੂੰ ਬਿਕਰਮ ਮਜੀਠੀਆ ਖਿਲਾਫ ਲੜਨਾ ਚਾਹੀਦਾ। ਮੈਨੂੰ ਲੱਗਦਾ ਜੇ ਇਹ ਕੌਡੀ ਪੈ ਗਈ ਤੇ ਦੋ ਟਿਕਟਾਂ ਵੀ ਮਿਲ ਸਕਦੀਆਂ ਪਰਿਵਾਰਾਂ ਦੇ ਵਿੱਚ। ਇਹ ਨਾ ਹੋਵੇ ਕਿ ਸਿੱਧੂ ਨੂੰ ਕਹਿਣ ਤੁਸੀਂ ਕੈਪਟਨ ਦੇ ਖਿਲਾਫ ਲੜੋ, ਤੁਹਾਡੇ ਵਾਲੀ ਸੀਟ ਤੁਹਾਡੀ ਘਰ ਵਾਲੀ ਨੂੰ ਦੇ ਦਿੰਦੇ ਆ, ਤੇ ਇੱਧਰਲੇ ਬੰਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਹਿਣਾ ਵੀ ਤੁਸੀਂ ਤਾਂ ਤਗੜੇ ਹੋ, ਤੁਸੀਂ ਤਗੜੇ ਬੰਦੇ ਦੇ ਖਿਲਾਫ ਹੀ ਲੜਦੇ ਚੰਗੇ ਲੱਗੋਗੇ। ਤੇ ਫਿਰ ਹੋ ਸਕਦਾ ਚੰਨੀ ਸਾਹਿਬ ਨੂੰ ਵੀ ਕਹਿਣ ਵੀ ਇੱਥੋਂ ਤੁਹਾਡਾ ਭਰਾ ਟਿਕਟ ਮੰਗਦਾ ਪਰਲੇ ਬੰਨਿਓ ਬੱਸੀ ਪਠਾਣਾ ਤੋਂ, ਉਹਨੂੰ ਤੁਹਾਡੀ ਟਿਕਟ ਤੇ ਭੇਜਦੇ ਆ, ਤੁਸੀਂ ਜਾਓ ਸੁਖਬੀਰ ਦੇ ਖਿਲਾਫ। ਪਤਾ ਤਾਂ ਲੱਗਣਾ ਹੀ ਹੈ ਜੀ। ਫਿਰ ਇਹ ਗੱਲਾਂ ਹੋ ਸਕਦੀਆਂ। ਲੇਕਿਨ ਹੁਣ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਿ ਸੀਬੀਆਈ ਨੂੰ ਲੈ ਕੇ ਸਰਕਾਰਾਂ ਸਤਰਕ ਰਹੀਆਂ ਸੂਬਿਆਂ ਦੀਆਂ, ਸਾਰਿਆਂ ਨੇ ਉਹਨੂੰ ਨੋ ਐਂਟਰੀ ਕਰਤਾ ਕਿ ਅਸੀਂ ਸਾਡੀ ਆਗਿਆ ਦੇ ਬਿਨਾਂ ਤੁਸੀਂ ਸਾਡੇ ਸੂਬੇ 'ਚ ਦਸਤਕ ਨਹੀਂ ਦੇ ਸਕਦੇ। ਹੁਣ ਸੀਬੀਆਈ ਦੇ ਅਧਿਕਾਰਾਂ ਨੂੰ ਜਾਂ ਉਹਦੀਆਂ ਡਿਊਟੀਆਂ ਨੂੰ, ਉਹਦੇ ਮਸਲਿਆਂ ਨੂੰ ਪਰਿਭਾਸ਼ਿਤ ਕਰਨ ਲਈ ਸੰਸਦੀ ਕਮੇਟੀ ਕੁਝ ਕਹਿ ਰਹੀ ਆ। ਇਹਦੇ ਤੇ ਟਿੱਪਣੀ ਦਿਓ, ਬਸ ਇਹ ਆਖਰੀ ਅਸੀਂ ਲਵਾਂਗੇ। ਦੇਖੋ, ਸੀਬੀਆਈ, ਮੈਂ ਥੋੜਾ ਜਿਹਾ ਦੱਸਦਾ ਕਿ ਸੀਬੀਆਈ ਜਿਸ ਐਕਟ ਅਧੀਨ ਬਣੀ ਆ, ਦਿੱਲੀ ਸਪੈਸ਼ਲ ਪੁਲਿਸ ਐਸਟੈਬਲਿਸ਼ਮੈਂਟ ਐਕਟ, ਉਹਦਾ ਇੱਕ ਹੂੰ ਸੈਕਸ਼ਨ 6 ਆ। ਉਹ ਇਹ ਕਹਿੰਦਾ ਵੀ ਜਦੋਂ ਵੀ ਉਹਨਾਂ ਨੇ ਕਿਸੇ ਸੂਬੇ ਦੇ ਵਿੱਚ ਕੋਈ ਤਹਿਕੀਕਾਤ ਕਰਨੀ ਹੈ, ਤੇ ਉਹਦੀ ਮਨਜ਼ੂਰੀ ਸੂਬੇ ਤੋਂ ਲੈਣੀ ਜ਼ਰੂਰੀ ਆ। ਜੇ ਤੁਸੀਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੇਖ ਲਓ, ਉਹਨਾਂ ਨੂੰ ਇਹ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ, NIA ਨੂੰ।
ਹੁਣ ਸੀਬੀਆਈ ਤੇ ਆਉਂਦੇ ਆ, 8 ਸੂਬੇ ਇਸ ਤਰ੍ਹਾਂ ਦੇ ਨੇ ਰੰਧਾਵਾ ਸਾਹਿਬ ਜਿਨ੍ਹਾਂ ਨੇ ਇਹ ਨਾ ਕਰਤੀ, ਉਹ ਚੋਂ ਮਿਜ਼ੋਰਮ ਵੀ ਇੱਕ ਆ। ਇਹ ਜ਼ਿਆਦਾਤਰ ਜਿਹੜੇ ਸਾਰੇ 8 ਸੂਬੇ ਆ ਉੱਥੇ ਵਿਰੋਧੀ ਧਿਰਾਂ ਦੀਆਂ ਸਰਕਾਰਾਂ ਨੇ, ਚਾਹੇ ਮਹਾਰਾਸ਼ਟਰ ਆ, ਚਾਹੇ ਵੈਸਟ ਬੰਗਾਲ ਆ, ਚਾਹੇ ਝਾਰਖੰਡ ਆ, ਪੰਜਾਬ ਆ, ਇਹ ਸਾਰੇ ਸੂਬੇ ਉਹ ਆ, ਰਾਜਸਥਾਨ। ਲੇਕਿਨ ਮਿਜ਼ੋਰਮ ਇਹੋ ਜਿਹਾ ਸੂਬਾ ਕਿਉਂਕਿ ਉੱਥੇ ਪਹਿਲਾਂ ਕਾਂਗਰਸ ਦੇ ਨਾਲ ਮਿਲੀ ਹੋਈ ਸਰਕਾਰ ਸੀ ਤੇ ਹੁਣ ਉੱਥੇ ਭਾਜਪਾ ਦੀ ਸਰਕਾਰ ਬਣ ਗਈ ਹੈ, ਪਰ ਹਜੇ ਵੀ ਉੱਥੇ ਉਹਨਾਂ ਨੇ ਨਾ ਹੀ ਕੀਤੀ ਹੋਈ ਆ। ਸੀਬੀਆਈ ਦੀ ਜੇ ਤੁਸੀਂ ਗੱਲ ਕਰੋ ਤੇ ਬਾਰ-ਬਾਰ ਸੀਬੀਆਈ ਤੇ ਟਿੱਪਣੀਆਂ ਆਉਂਦੀਆਂ ਕਿ ਸੀਬੀਆਈ ਜਿਹੜਾ ਉਹ ਇੱਕ ਕੇਜਡ ਪੈਰਟ ਆ, ਪਿੰਜਰੇ ਦਾ ਤੋਤਾ, ਇਹ ਤਾਂ ਆਪਣੇ ਆਪ ਤੇ ਕੰਮ ਨਹੀਂ ਕਰ ਸਕਦਾ। ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦਿੰਦਾ। ਜਦੋਂ ਲਖੀਮਪੁਰ ਖੀਰੀ ਦਾ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਆਇਆ ਤੇ ਚੀਫ ਜਸਟਿਸ ਐਨਵੀ ਰਮੰਨਾ ਸੁਣ ਰਹੇ ਸੀ, ਤੇ ਉਹਨਾਂ ਨੇ ਕਿਹਾ ਕਿ ਇਹਦੇ ਲਈ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਵਾਂਗੇ ਕੁਝ ਆਈਪੀਐਸ ਅਫਸਰਾਂ ਦੀਆਂ ਜਿਹੜੇ ਯੂਪੀ ਤੋਂ ਬਾਹਰਲੇ ਹੋਣਗੇ, ਪਰ ਸੀਬੀਆਈ ਨੂੰ ਨਹੀਂ ਦੇਣਾ। ਔਰ ਉਹਨਾਂ ਦਾ ਵਰਡ ਪਤਾ ਕੀ ਸੀ? ਉਹਨਾਂ ਨੇ ਕਿਹਾ ਫॉर obvious reasons। ਕਹਿੰਦੇ ਸਾਨੂੰ ਸਾਰੇ, ਉਹਨਾਂ ਨੇ ਦੱਸਿਆ ਨਹੀਂ obvious ਰੀਜ਼ਨ ਆ, ਕਹਿੰਦੇ ਕਿਉਂ ਨਹੀਂ ਦੇਣਾ। ਮਤਲਬ ਕਿ ਜੇ ਇਹਨਾਂ ਨੂੰ ਦੇ ਦਾਂਗੇ ਤਾਂ ਕੇਸ ਮਰ ਜਾਊਗਾ, ਇਹਨਾਂ ਨੇ ਕਿਸੇ ਪਾਸੇ ਨਹੀਂ ਲਾਉਣਾ। ਇਹ ਹਾਲਾਤ, ਇਹ ਰੈਪੂਟੇਸ਼ਨ ਸੀਬੀਆਈ ਦੀ ਹੋ ਚੁੱਕੀ ਆ। ਔਰ ਸੀਬੀਆਈ ਦੇ ਵਿੱਚ ਤੁਸੀਂ ਦੇਖੋ, ਆਪਾਂ ਜੇ ਪੁਰਾਣੇ ਜੇ ਕਾਂਗਰਸ ਵੇਲੇ ਦੇ ਵੀ ਕੇਸ ਲੈ ਲਈਏ, ਚਾਹੇ ਉਹ 2G ਸਕੈਮ ਆ, ਚਾਹੇ ਉਹ ਤੁਸੀਂ ਦੇਖੋ ਕੋਲ ਸਕੈਮ ਆ, ਉਹ ਕਿਸੇ ਵੀ ਲੌਜੀਕਲ ਐਂਡ ਤੇ ਨਤੀਜੇ ਤੇ ਉਹਨੂੰ ਲਿਜਾ ਨਹੀਂ ਸਕੀ। ਸੰਸਦੀ ਜਿਹੜੀ ਪਾਰਲੀਮੈਂਟ ਕਮੇਟੀ ਆ, ਜਿਹੜੀ ਸੰਸਦੀ ਕਮੇਟੀ ਆ, ਹੁਣ ਉਹਨੇ ਕਿਹਾ ਕਿ ਜਿਹੜੇ ਤੁਹਾਡੇ 1000 ਤੋਂ ਵੱਧ ਅਫਸਰ ਸੀਬੀਆਈ ਦੇ ਵਿੱਚ ਘੱਟ ਨੇ, ਉਹਨੂੰ ਭਰ ਲਓ, ਘੱਟੋ ਘੱਟ ਆਪਣੀਆਂ ਵੈਕੈਂਸੀਆਂ ਤਾਂ ਪੂਰੀਆਂ ਕਰੋ, ਫੇਰ ਹੀ ਤੁਸੀਂ ਕੋਈ ਕੰਮ ਕਰ ਸਕਦੇ ਹੋ। ਲੇਕਿਨ ਅਫਸੋਸ ਦੀ ਗੱਲ ਆ ਕਿ ਇਹਨਾਂ ਏਜੰਸੀਆਂ ਦਾ ਜਿਹੜਾ ਰੋਲ ਆ ਉਹ ਸਿਰਫ ਪੋਲੀਟੀਕਲ ਜਾਂ ਸਿਆਸਤ ਤੱਕ ਹੀ ਮਹਿਫੂਜ਼ ਜਿਹੜਾ ਉਹ ਰਹਿ ਗਿਆ, ਉੱਥੋਂ ਤੱਕ ਹੀ ਇਹਨਾਂ ਦੀ ਹੱਦ ਰਹਿ ਗਈ ਹੈ। ਤੇ ਜਿਹੜੀਆਂ ਕੇਂਦਰ ਸਰਕਾਰਾਂ ਨੇ, ਕੋਈ ਵੀ ਕੇਂਦਰ ਸਰਕਾਰ ਹੋਵੇ, ਉਹ ਇਹਨਾਂ ਨੂੰ ਕਿਸੇ ਵਿਰੋਧੀ ਪਾਰਟੀ ਦੀ ਧੌਣ ਮਰੋੜਨ ਲਈ ਰੱਖਦੀ ਹੈ। ਸੋ ਇਸ ਕਰਕੇ ਸੰਸਦੀ ਕਮੇਟੀ ਨੂੰ ਇਹ ਵੀ ਕਹਿਣਾ ਚਾਹੀਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੀਬੀਆਈ ਦੀ ਇੱਕ ਇੰਡੀਪੈਂਡੈਂਸ ਹੋਣੀ ਚਾਹੀਦੀ ਆ। ਇਹ ਤਾਂ ਹੈ ਕਿ ਰਾਤੋਂ ਰਾਤ ਤੁਸੀਂ ਦਿੱਲੀ ਦੀਆਂ ਪੁਲਿਸ ਲਾ ਕੇ ਉੱਥੋਂ ਦੇ ਜਿਹੜੇ ਡਾਇਰੈਕਟਰ ਨੂੰ ਬਦਲ ਦਿਓ। ਅਲੋਕ ਵਰਮਾ ਦੀ ਮੈਨੂੰ ਅੱਜ ਵੀ ਗੱਲ ਯਾਦ ਆ, ਜਦੋਂ ਉਹਨਾਂ ਨੂੰ ਰਾਤੋਂ ਰਾਤ ਦਿੱਲੀ ਦੀ ਪੁਲਿਸ ਲਾ ਕੇ ਬਦਲਤਾ ਗਿਆ ਸੀ। ਲੇਕਿਨ ਸੀਬੀਆਈ ਦੀ ਇੱਕ ਇੰਡੀਪੈਂਡੈਂਟ ਅਦਾਰਾ ਹੋਣ ਦੇ ਕਰਕੇ, ਹੋਣ ਦੇ ਨਾਤੇ ਇਹ ਫਰਜ਼ ਬਣਦਾ ਕੇਂਦਰ ਸਰਕਾਰ ਦਾ ਔਰ ਸੰਸਦੀ ਕਮੇਟੀ ਦਾ ਕਿ ਇਹਨੂੰ ਵੱਧ ਤੋਂ ਵੱਧ ਹੋਰ ਫਰੀडम ਦਿੱਤੀ ਜਾਵੇ, ਆਜ਼ਾਦੀ ਦਿੱਤੀ ਜਾਵੇ, ਤਾਂ ਜਿਹੜੀਆਂ ਸਰਕਾਰਾਂ ਨੇ ਉਹ ਵੀ ਕਹਿਣ ਕਿ ਹਾਂ, ਕਿਉਂਕਿ ਉਹਨਾਂ ਨੇ ਇਸ ਗੱਲ ਦਾ ਵੀ ਨੋਟਿਸ ਲਿੱਤਾ ਕਿ ਤੁਹਾਨੂੰ ਤਾਂ ਸਾਰੇ ਸੂਬੇ ਕਹੀ ਜਾ ਰਹੇ ਕਿ ਸਾਡੇ ਇੱਕ ਜਿਹੜਾ ਜਨਰਲ ਕੰਸੈਂਟ ਹੁੰਦਾ ਉਹ ਸਾਰੀਆਂ ਸੂਬਿਆਂ ਨੇ ਉਹਨਾਂ ਤੋਂ ਵਾਪਸ ਲੈ ਲਿਆ ਕਿ ਤੁਸੀਂ ਤਹਿਕੀਕਾਤ ਨਹੀਂ ਕਰ ਸਕਦੇ। ਸੋ ਸਾਖ ਇਹਨਾਂ ਦੀ ਪੂਰੀ ਇਸ ਟਾਈਮ ਹੈ। ਜੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਵੀ ਕਹਿ ਦਿੰਦੇ ਆ ਕਿ ਤੁਹਾਨੂੰ ਜਾਂਚ ਨਹੀਂ ਦੇਣੀ, ਤੇ ਇੱਥੋਂ ਪਤਾ ਲੱਗਦਾ ਕਿ ਤੁਹਾਡੀ ਸੀਬੀਆਈ ਦੀ ਸਾਖ ਕਿੱਥੋਂ ਤੱਕ ਡਿੱਗ ਪਈ ਆ। ਜੀ ਰੰਧਾਵਾ ਜੀ, ਬਿਲਕੁਲ ਬਿਲਕੁਲ। ਮਰਿਆਦਾ ਸੰਸਥਾਵਾਂ ਦੀ ਜੇ ਨਾ ਬਚੀ ਤਾਂ ਦੇਸ਼ ਦੀ ਆਪਣੀ ਗਰਿਮਾ ਉਹ ਵੀ ਖਤਰੇ 'ਚ ਹੁੰਦੀ ਆ। ਕ੍ਰੈਡੀਬਿਲਿਟੀ ਦੇ ਆਧਾਰ ਦੇ ਉੱਤੇ ਹੀ ਅੰਕਿਆ ਜਾਂਦਾ, ਭਾਵੇਂ ਉਹ ਬੰਦਾ ਹੋਵੇ ਜਾਂ ਦੇਸ਼ ਹੋਵੇ, ਕਿਉਂਕਿ ਇੱਕ ਨਜ਼ਰ ਦੁਨੀਆ ਦੀ ਤੁਹਾਡੇ ਤੇ ਰਹਿੰਦੀ ਆ, ਇੱਕ ਤੁਹਾਡੀ ਅੰਦਰੂਨੀ ਨਜ਼ਰ ਹੁੰਦੀ ਆ। ਲੋਕਾਂ ਦੇ ਅੰਦਰ ਵਿਸ਼ਵਾਸ ਬਹਾਲੀ ਸਿਸਟਮ 'ਚ ਬੜੀ ਜ਼ਰੂਰੀ ਹੈ। ਪੰਜਾਬ ਦੇ ਨਜ਼ਰੀਏ ਤੋਂ ਇਹੀ ਤਾਂ ਜਿਹਨੂੰ ਕਹਿੰਦੇ ਆ ਗੈਰ ਭਰੋਸਗੀ ਨੇ ਲੋਕਾਂ ਨੂੰ ਕਾਨੂੰਨ ਹੱਥ 'ਚ ਲੈਣ ਲਈ ਉਤਸ਼ਾਹਿਤ ਕਰਤਾ, ਤੇ ਸਰਕਾਰਾਂ ਡਰ ਗਈਆਂ ਕਿ ਜਿਨ੍ਹਾਂ ਨੇ ਉਦੋਂ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ, ਅਜੇ ਤੱਕ ਉਹ ਤਾਬ ਨਹੀਂ ਆਏ। ਸੋ ਮੈਨੂੰ ਇੰਝ ਲੱਗਦਾ ਹੈ ਕਿ ਸਾਨੂੰ ਬਹੁਤ ਮਾਮਲਿਆਂ ਦੇ ਵਿੱਚ ਨਿਰਪੱਖ ਹੋ ਕੇ ਚੁੱਕੀਆਂ ਸਹੁੰਆਂ ਦੀ ਮਰਿਆਦਾ ਰੱਖਣੀ ਚਾਹੀਦੀ ਆ, ਭਾਵੇਂ ਉਹ ਸਰਕਾਰ ਦੇ ਵਿੱਚ ਮੁੱਖ ਮੰਤਰੀ ਹੋਵੇ ਜਾਂ ਡੀਜੀਪੀ ਹੋਵੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਹੋਵੇ। ਜਦੋਂ ਤੁਸੀਂ ਜ਼ਿੰਮੇਵਾਰੀ ਨਾਲ ਕਿਸੇ ਡਿਊਟੀ ਨੂੰ ਓੜਦੇ ਹੋ ਤੇ ਪਹਿਲਾਂ ਤੁਸੀਂ ਉੱਥੇ ਕੁਝ ਐਦ ਕਰਕੇ ਆਉਂਦੇ ਹੋ, ਉਹਨਾਂ ਸਾਰੇ ਸੰਕਲਪਾਂ ਨੂੰ ਜੀਵਤ ਰੱਖੋ ਤਾਂ ਕਿ ਇਹ ਲੋਕ ਜਿਹੜੇ ਤੁਹਾਡੇ ਮੂੰਹ ਵੱਲ ਵੇਖਦੇ ਆ, ਤੁਸੀਂ ਲੀਡਰ ਇਸੇ ਕਰਕੇ ਹੀ ਮੰਨੇ ਜਾਂਦੇ ਹੋ ਕਿ ਫੈਸਲੇ ਲਓ। ਤੇ ਜੇ ਤੁਸੀਂ ਸਭ ਤੋਂ ਥੱਲੇ ਖੜੇ ਬੰਦੇ ਦੀ ਚੀਕ ਨਾਲ ਹੀ ਤੁਰਨਾ ਹੈ ਤਾਂ ਫਿਰ ਆਪਣੇ ਅਹੁਦੇ ਛੱਡ ਦੇਣੇ ਜ਼ਿਆਦਾ ਮੁਨਾਸਿਬ ਹੋਣਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।